श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा निज नंदन को गुरु हित करत अनेक उपाय। चित में मत ठहराए कर उद्यम ते सुख पाए। निज नंदन को गुरु हित करत अनेक उपाय। चित में मत ठहराए कर उद्यम ते सुख पाए। वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ साहिब महाराज जी दी परम पवित्र हजूरी दे अंदर गुरु तेग बहादुर साहिब महाराज जी दे पावन अस्थान गुरुद्वारा श्री भोरा साहिब जी विखे पिछले पैर दे समय हाजरियां भर रहे गुरु प्यारी खालसा साध संगत जी। आओ पावन गुर इतिहास श्रवण करिए। सारी संगत ही एकाग्रता बख्शो। धन गुरु तेग बहादुर साहिब महाराज साहिब जी दे चरण कमलों का धरो ध्यान। रसना करो पवित्र आखो सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। दोहरा निज नंदन को गुरु हित। साध संगत जी धन धन श्री गुरु तेग बहादुर साहिब महाराज दे परम पवित्र इतिहास 11ਵੀਂ ਰਾਸ ਦੇ ਆਰੰਭ ਹੋਣ ਦੇ ਨਾਲ ਕੱਲ ਦੇ ਰੋਜ਼ ਤੋਂ ਹੋਏ ਹਨ ਤੇ ਇਥੋਂ ਤੀਕਰ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਵੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਬੰਦਗੀ ਕਰ ਰਹੇ ਨੇ ਐਨ ਇਕਾਂਤ ਵਿੱਚ ਬੈਠੇ ਹਨ। ਸੋਢੀ ਨਕਲੀ ਗੁਰੂ ਬਣ ਕੇ ਬੈਠੇ ਨੇ। ਮਸੰਦ ਆਈਆਂ ਸੰਗਤਾਂ ਨੂੰ ਘੇਰ ਕੇ ਜਿਹੜੇ ਸੋਢੀ ਦੇ ਨਾਲ ਉਹਨਾਂ ਦੀ ਰੈ ਰਲੀ ਹੈ ਰੈ ਮਸ਼ਵਰਾ ਉਹਦੇ ਕੋਲ ਜਾਂਦੇ ਆ। ਸਭ ਤੋਂ ਵੱਡਾ ਪਖੰਡ ਧੀਰ ਮੱਲ ਨੇ ਰਚਿਆ ਹੋਇਆ। ਸੰਗਤ ਇੱਕ ਨੂੰ ਮੇਲ ਦੋ ਨੂੰ ਮੇਲ ਕਈ ਸੋਢੀਆਂ ਨਾਲ ਮੇਲ ਮਿਲਾਪ ਕਰਦੀ ਪਰ ਉਹ ਗੁਰੂ ਵਾਂਗ ਜੋ ਆਨੰਦ ਮਿਲਦਾ ਸ਼ਾਂਤੀ ਨਹੀਂ ਆਉਂਦੀ। ਸਿੱਖ ਆਪਸ ਵਿੱਚ ਵਿਚਾਰਦੇ ਹਨ ਵੀ ਭਾਵੇਂ ਮਸੰਦਾਂ ਦੇ ਕਹੇ ਅਸੀਂ ਇਹਨਾਂ ਨੂੰ ਮੱਥਾ ਤੇ ਟੇਕਤਾ ਸਾਰਿਆਂ ਨੂੰ ਪਰ ਕਿਸੇ ਨੇ ਸਾਡੀ ਕਾਮਨਾ ਪੂਰੀ ਨਹੀਂ ਕੀਤੀ। ਕਿਸੇ ਨੇ ਸਾਡੇ ਦਿਲ ਦੀ ਗੱਲ ਨਹੀਂ ਬੁੱਝੀ। ਬਸ ਐਵੇਂ ਹੀ ਆ ਲੱਗਦੇ। ਇਵੇਂ ਸੰਗਤ ਵਿੱਚ ਹਾਹਾਕਾਰ ਹੈ।
ਸੋਢੀ ਪਖੰਡੀਆਂ ਦੇ ਮਸੰਦਾਂ ਦੇ ਕਾਰਨ ਸੰਗਤਾਂ ਉਦਾਸ ਹਨ। ਸੰਗਤਾਂ ਦੀ ਹਾਲਤ ਵੇਖ ਕੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਵੀ ਮਹਾਰਾਜ, ਹੇ ਪੁੱਤਰ ਜੀਓ, ਸਿੱਖ ਸੰਗਤ ਤੁਹਾਡੇ ਬਗੈਰ ਭਰਮ ਰਹੀ, ਭਟਕ ਰਹੀ ਹੈ ਤੇ ਆਪ ਗੁਪਤ ਹੋ ਕੇ ਬੈਠੇ ਹੋ। ਕਿਰਪਾ ਕਰੋ, ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋ ਬਚਨ ਹਨ, ਉਹ ਹੁਣ ਸਮਾਂ ਹੋਇਆ ਹੈ ਪ੍ਰਗਟ ਹੋਣ ਦਾ। ਗੁਰਿਆਈ ਦੇ ਮਾਲਕ ਤੁਸੀਂ ਹੋ, ਤੁਸੀਂ ਤਖਤ ਤੇ ਬੈਠੋ, ਤੁਹਾਡੇ ਦਰਸ਼ਨ ਸੂਰਜ ਵਾਂਗ ਹਨ। ਤੁਹਾਡੇ ਗੁਪਤ ਹੋਣ ਕਰਕੇ ਤਾਰੇ ਚੜੇ ਫਿਰਦੇ ਨੇ ਪਖੰਡੀ। ਧੀਰਮਲ ਚੰਦਰਮਾ ਵਾਂਗ ਬਹੁਤਾ ਡੰਬੀ ਬਣ ਕੇ ਬੈਠਾ। ਕਮਲ ਵਰਗੇ ਸਿੱਖ ਮੁਰਝਾਏ ਹੋਏ ਨੇ, ਸੰਤ ਚਕਵੇ ਵਰਗੇ ਵਿਛੜੇ ਹੋਏ ਨੇ। ਜਿਵੇਂ ਸੂਰਜ ਚੜੇ ਤੋਂ ਕਮਲ ਖਿੜਦਾ, ਸੰਤ ਚਕਵੇ ਜਿਹੜੇ ਚਕਵਾ ਤੇ ਚਕਵੀ ਉਹਨਾਂ ਦਾ ਮਿਲਾਪ ਹੁੰਦਾ। ਐਵੇਂ ਮਹਾਰਾਜ ਤੁਸੀਂ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਵੋ, ਜਿਸ ਕਰਕੇ ਸਿੱਖਾਂ ਦੇ ਹਿਰਦੇ ਖਿੜ ਜਾਣ, ਸੰਤ ਮਹਾਤਮਾ ਨੂੰ ਆਨੰਦ ਪ੍ਰਾਪਤ ਹੋਵੇ। ਮਾਤਾ ਜੀ ਨੇ ਬਹੁਤ ਸਮਾਂ ਲਾ ਕੇ ਬੜੇ ਮਿਠਾਸ ਦੇ ਬਚਨਾਂ ਨਾਲ ਪ੍ਰਗਟ ਹੋਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਹੈ। ਮਹਾਰਾਜ ਸਾਹਿਬ ਮੁਖੋਂ ਤਾਂ ਨਹੀਂ ਕੁਝ ਬੋਲੇ, ਪਰ ਆਪਣੀ ਸ੍ਰੀ ਮਾਤਾ ਨਾਨਕੀ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕ ਦਿੱਤਾ ਤੇ ਆਪ ਉਸੇ ਤਰ੍ਹਾਂ ਹੀ ਆਨੰਦ ਵਿੱਚ ਲੀਨ ਹਨ। ਕੋਈ ਕਾਮਨਾ ਹੀ ਨਹੀਂ। ਮਾਤਾ ਵਿਚਾਰਦੀ ਹੈ ਵੀ ਮੇਰੇ ਪੁੱਤਰ ਨੂੰ ਹੋਰ ਸੋਢੀਆਂ ਦੇ ਵਾਂਗ ਕੋਈ ਖਾਹਸ਼ ਹੀ ਨਹੀਂ ਵੀ ਮੈਂ ਗੱਦੀ 'ਤੇ ਬੈਠਾਂ, ਇਹਨਾਂ ਸੰਗਤਾਂ ਕੋ ਪੂਜਾ ਕਰਾਵਾਂ, ਜਦੋਂ ਕਿ ਇਹ ਹੱਕਦਾਰ ਨੇ, ਜਦੋਂ ਕਿ ਇਹ ਗੁਰਿਆਈ 'ਤੇ ਬੈਠਣ ਦੇ ਯੋਗ ਹਨ ਤੇ ਜਿਹੜੇ ਸੋਢੀ ਹੈ ਹੀ ਪਖੰਡੀ ਉਹ ਬੈਠੇ ਹੋਏ ਨੇ। ਇਹ ਮਾਤਾ ਜੀ ਸੋਚ ਸੋਚ ਚਿੰਤਾ ਕਰਦੇ ਹਨ। ਇਹ ਤੋਂ ਅਗਲਾ ਜੋ ਪ੍ਰਸੰਗ ਆ ਰਿਹਾ ਹੈ ਉਹਦੇ ਵਿੱਚ ਬਖਸ਼ਿਸ਼ ਕਰਦੇ ਨੇ। ਨਿਜ ਨੰਦਨ ਕੋ ਗੁਰੂ ਏਤਾ। ਐਵੇਂ ਮਾਤਾ ਸ੍ਰੀ ਨਾਨਕੀ ਜੀ ਵਿਚਾਰਦੇ ਹਨ ਵੀ ਮੇਰਾ ਪੁੱਤਰ ਗੁਰੂ ਤਾਂ ਹੈ, ਪਰ ਗੁਰੂ ਬਣ ਕੇ ਪ੍ਰਗਟ ਕਿਵੇਂ ਹੋਵੇ। ਆਪਣੇ ਪੁੱਤਰ ਨੂੰ ਗੁਰੂ ਰੂਪ ਦੇ ਵਿੱਚ ਪ੍ਰਗਟ ਕਰਨ ਦੇ ਲਈ ਸ੍ਰੀ ਮਾਤਾ ਨਾਨਕੀ ਜੀ ਵਿਚਾਰ ਕਰਦੇ ਹਨ। ਅਨੇਕਾਂ ਉਪਾਅ ਹੀਲੇ ਵਸੀਲੇ ਯਤਨ ਕਰਦੇ ਨੇ। ਕਦੀ ਮਹਾਰਾਜ ਸਾਹਿਬ ਨੂੰ ਕਹਿੰਦੇ ਹਨ, ਕਦੀ ਹੋਰ ਯਤਨ ਸੋਚਦੇ ਨੇ ਵੀ ਇਹ ਕਿਸ ਤਰ੍ਹਾਂ ਸਿੰਘਾਸਣ ਤੇ ਬੈਠ ਕੇ ਪ੍ਰਗਟ ਹੋ ਜਾਣ। ਆਪਣੇ ਚਿੱਤ ਦੇ ਵਿੱਚ ਸ੍ਰੀ ਮਾਤਾ ਨਾਨਕੀ ਜੀ ਇਹ ਮਤਾ ਠਹਿਰਾ ਕਰਕੇ, ਇਹ ਨਿਰਣਾ ਕਰਕੇ ਵੀ ਜਿਹੜੇ ਪੁਰਾਣੇ ਸਿਆਣੇ ਗੁਰਸਿੱਖ ਜਾਂ ਸਿਆਣੇ ਲੋਕ ਨੇ ਉਹ ਇਹ ਗੱਲ ਕਰਦੇ ਨੇ ਵੀ ਉਦਮ ਕਰਕੇ ਹੀ ਸੁੱਖ ਪ੍ਰਾਪਤ ਹੁੰਦਾ ਹੈ। ਉਦਮ ਤੋਂ ਬਿਨਾਂ ਕਿਹਨੂੰ ਸੁੱਖ ਮਿਲਿਆ ਹੈ। ਇਸ ਕਰਕੇ ਮੈਂ ਹੀਲਾ ਵਸੀਲਾ ਕਰਾਂ, ਬੇਨਤੀਆਂ ਕਰਾਂ, ਹੋਰ ਗੁਰਸਿੱਖਾਂ ਨੂੰ ਸਦਾ ਇੱਥੇ ਉਦਮ ਕਰਾਂ। ਮੇਰੇ ਸੁਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਗੁਰਿਆਈ ਤੇ ਬਿਰਾਜਮਾਨ ਹੋ ਕੇ ਪ੍ਰਗਟ ਹੋ ਜਾਣ। ਗੁਰਿਆਈ ਤੇ ਵਿਦਿਤ ਕਰਨ ਦੇ ਲਈ, ਬਿਰਾਜਮਾਨ ਕਰਨ ਦੇ ਲਈ ਅਨੇਕਾਂ ਤਰ੍ਹਾਂ ਮਾਤਾ ਸਮਝਾਉਂਦੀ ਬੁਝਾਉਂਦੀ ਹੈ, ਯਤਨ ਕਰਦੀ ਹੈ ਤੇ ਫਿਰ ਅਖੀਰ ਨਿਸ਼ਚਾ ਕੀਤਾ ਹੈ ਵੀ ਉਦਮ ਕੀਤਿਆਂ ਹੀ ਸੁੱਖ ਪ੍ਰਾਪਤ ਹੁੰਦਾ, ਮੈਨੂੰ ਹੀ ਕੋਈ ਯਤਨ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਪੂਰਬ ਕੋ ਵਿਵਹਾਰ ਚਿਤਾਰਾ। ਪਹਿਲੇ ਸਮੇਂ ਜਿਹੜਾ ਛੇਵੇਂ ਪਾਤਸ਼ਾਹ ਨੇ ਵਰ ਰੂਪੀ ਬਚਨ ਕੀਤਾ ਸੀ ਵੀ ਇਹ ਭਾਰੀ ਗੁਰੂ ਪ੍ਰਗਟ ਹੋਣਗੇ, ਉਹ ਵਚਨ ਮਾਤਾ ਨਾਨਕੀ ਜੀ ਨੇ ਚੇਤੇ ਕੀਤਾ ਹੈ। ਉਹ ਜਾਣ ਕਰਕੇ ਇੱਕ ਹਜ਼ੂਰੀ 'ਚ ਰਹਿਣ ਵਾਲੇ ਸੇਵਕ ਸਿੱਖ ਨੂੰ ਆਪਣੇ ਕੋਲ ਬੁਲਾਇਆ। ਉਹਨੂੰ ਕਹਿ ਕਰਕੇ ਵੀ ਹੇ ਭਾਈ ਸਿੱਖਾ, ਇੱਕ ਪੱਤਰ ਕਾ ਲਿਖ, ਤੂੰ ਚਿੱਠੀ ਲਿਖ, ਜੋ ਵਿੱਚ ਵਚਨ ਕਹਿਣੇ ਨੇ ਮੈਂ ਤੈਨੂੰ ਬੋਲ ਕੇ ਦੱਸਦੀ ਹਾਂ। ਇਸ ਤਰ੍ਹਾਂ ਮਾਤਾ ਸ਼੍ਰੀ ਨਾਨਕੀ ਜੀ ਨੇ ਚਿੱਠੀ ਲਿਖ ਕਰਕੇ ਬਾਬਾ ਬਕਾਲੇ ਸਾਹਿਬ ਨਗਰ ਤੋਂ ਇੱਕ ਗੁਰਸਿੱਖ ਨੂੰ ਕਿਹਾ ਤੂੰ ਗੋਂਦਵਾਲ ਚਲਾ ਜਾ, ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਬੰਸ ਹੈ ਬੜੀ ਸਿਆਣੀ ਹੈ,
ਉਹਨਾਂ ਵਿੱਚੋਂ ਜੋ ਮੁਖੀ ਹਨ ਦਵਾਰਕਾ ਦਾਸ ਜੀ, ਉਹਨਾਂ ਨੂੰ ਬੁਲਾ ਕੇ ਲਿਆ। ਗੜੀਆ ਸਿੱਖ ਰਹੇ ਤਿਸ ਥਾਨ, ਨਾਲ ਭਾਈ ਗੜੀਆ ਸਿੱਖ ਜੋ ਪੰਜਵੇਂ ਪਾਤਸ਼ਾਹ ਦੇ ਵੇਲੇ ਪੁਰਾਤਨ ਸਿੱਖ, ਬਜ਼ੁਰਗ ਸਿੱਖ, ਬਹੁਤ ਹੀ ਸਿਆਣੇ ਸਿੱਖ ਹਨ। ਉਹ ਭਾਈ ਗੜੀਆ ਵੀ ਗੋਂਦਵਾਲ ਸਾਹਿਬ ਹੀ ਰਹਿ ਰਿਹਾ ਸੀ, ਉਹਨੂੰ ਵੀ ਨਾਲ ਹੀ ਆਉਣ ਵਾਸਤੇ ਚਿੱਠੀ ਵਿੱਚ ਮਾਤਾ ਜੀ ਨੇ ਲਿਖਿਆ। ਤਿਸ ਟਿਕ ਪਠੀ ਪੱਤਰਕਾ ਜਾਨ, ਅਸ ਚਿੱਠੀ ਲਿਖਵਾ ਕੇ ਉਸੇ ਸਿੱਖ ਨੂੰ ਕਿਹਾ ਵੀ ਇਹ ਤੂੰ ਗੋਂਦਵਾਲ ਸਾਹਿਬ ਚਿੱਠੀ ਲੈ ਜਾ। ਸੋ ਜੇ ਆਏ ਕੈ ਮਮ ਨੰਦ, ਤੇ ਸੋ ਜੇ ਆਏ ਕਹਿ ਮਮ ਆਨੰਦ, ਕਿਉਂਕਿ ਮਾਤਾ ਜੀ ਦੇ ਮਨ 'ਚ ਇਹ ਵਿਚਾਰ ਹੈ ਵੀ ਉਹ ਗੁਰੂ ਅਮਰਦਾਸ ਸਾਹਿਬ ਦੀ ਬੰਸ ਵੱਡੇ ਬਜ਼ੁਰਗ ਸਾਹਿਬਜ਼ਾਦੇ ਨੇ, ਜੇ ਉਹ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿ ਦੇਣ ਸਮਝਾਵੇ ਹਿਤ ਬਾਕ ਬਿਲੰਦ, ਇਹਨਾਂ ਦੇ ਹਿੱਤ ਦੇ ਬਚਨ ਕਰਕੇ, ਚੰਗੇ ਬਚਨ ਕਰਕੇ ਸਮਝਾਉਣ ਵੀ ਤੁਹਾਨੂੰ ਸੰਗਤਾਂ ਦਾ ਸੁੱਖ ਵੇਖਣਾ ਚਾਹੀਦਾ, ਸੰਗਤ ਦੀ ਕਲਿਆਣ ਵਾਸਤੇ ਮਹਾਰਾਜ ਤੁਸੀਂ ਪ੍ਰਗਟ ਜ਼ਰੂਰ ਹੋਵੋ। ਮਨ ਗਇਓ ਪ੍ਰਗਟ ਜਗ ਹੋਏ, ਤੇ ਇਹ ਮਾਤਾ ਨਾਨਕੀ ਜੀ ਸੋਚਦੇ ਨੇ ਵੀ ਜੋ ਮੇਰਾ ਪੁੱਤਰ ਸ੍ਰੀ ਤੇਗ ਬਹਾਦਰ ਹੈ ਨਾ, ਇਹ ਮੰਨ ਜਾਵੇਗਾ, ਕਿਉਂਕਿ ਵੱਡਿਆਂ ਦਾ, ਮਹਾਂਪੁਰਖਾਂ ਦਾ ਅਦਬ ਸਤਿਕਾਰ ਬਹੁਤ ਕਰਦਾ ਏ। ਦਰਸ਼ਨ ਕਰੇ ਆਨ ਸਭ ਤੇ ਖੋਏ, ਜੇ ਇੱਕ ਵਾਰਾਂ ਭੱਲਿਆਂ ਦੀ ਕੁਲ ਦੇ ਸਾਹਿਬਜ਼ਾਦੇ ਆ ਗਏ, ਭਾਈ ਗੜੀਆ ਗੁਰਸਿੱਖ ਆ ਗਏ, ਉਹਨਾਂ ਦੇ ਆਖੇ ਲੱਗ ਕੇ ਸ੍ਰੀ ਤੇਗ ਬਹਾਦਰ ਸਾਹਿਬ ਭੋਰੇ ਚੋਂ ਬਾਹਰ ਆ ਜਾਣ, ਤਾਂ ਸਾਰੀਆਂ ਸੰਗਤਾਂ ਫਿਰ ਆਣ ਕੇ ਦਰਸ਼ਨ ਕਰਨਗੀਆਂ। ਰਮਨਿਓ ਸਿੱਖ ਲੈ ਗੋਇੰਦਵਾਲ, ਆ ਇਸ ਤਰ੍ਹਾਂ ਦੇ ਵਿਚਾਰ ਮਾਤਾ ਜੀ ਨੇ ਬਣਾ ਕੇ ਉਹ ਸਿੱਖ ਨੂੰ ਕਹਿ ਕੇ ਵੀ ਜਾ ਜ਼ਰੂਰ ਗੋਂਦਵਾਲ ਸਾਹਿਬ ਜਾਓ, ਚਿੱਠੀ ਲੈ ਕੇ ਪਹੁੰਚਿਆ ਹੈ। ਲੰਘਿਓ ਮਾਰਗ ਸਗਰੋ ਆ ਚਾਲ, ਚੱਲਦਾ ਹੋਇਆ ਸਾਰਾ ਹੀ ਰਸਤਾ ਹੈ ਜੋ ਮੰਜ਼ਲ ਨੂੰ ਤੈਅ ਕਰਕੇ ਤੇ ਗੋਬਿੰਦਵਾਲ ਵਿੱਚ ਪਹੁੰਚ ਗਿਆ। ਸ੍ਰੀ ਗੁਰੂ ਅਮਰਦਾਸ ਗੋਅੰਸ਼, ਜਿੱਥੇ ਸ੍ਰੀ ਗੋਂਦਵਾਲ ਸਾਹਿਬ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਬੰਸ ਹੈ, ਮਹਾਰਾਜ ਦੀ ਕੁਲ ਦੇ ਜੀ ਹਨ। ਰਾਏ ਬਲੋਕੇ ਜਨ ਸੁਭਾਂਸ, ਆਓ ਸਿੱਖ ਨੇ ਜਾ ਕੇ ਮਹਾਰਾਜ ਦਾ ਪਰਿਵਾਰ ਸਾਹਿਬਜ਼ਾਦੇ ਵੇਖੇ, ਸਾਰੇ ਏਦਾਂ ਸ਼ੋਭ ਰਹੇ ਨੇ ਮਾਨੋ ਹੰਸੀ ਹੋਣ, ਭਾਵ ਕਿ ਸਾਰੇ ਹੀ ਹੰਸ ਬਿਰਤੀ ਹਨ। ਬਹੁਤ ਹੀ ਬੰਦਗੀ ਵਿੱਚ, ਪ੍ਰੇਮ ਵਿੱਚ ਰੰਗੇ ਹੋਏ ਦਰਸ਼ਨ ਕੀਤੇ ਜਾ ਕੇ। ਮਸਤਕ ਟੇਕ ਪੱਤਰਕਾ ਦਈ, ਜਾ ਕੇ ਮੱਥਾ ਟੇਕਿਆ ਉਸ ਗੁਰਸਿੱਖ ਨੇ, ਤੇ ਪੱਤਰਕਾ ਮਾਤਾ ਨਾਨਕੀ ਜੀ ਨੇ ਜੋ ਲਿਖੀ ਸੀ ਉਹ ਹੱਥ ਵਿੱਚ ਫੜਾ ਦਿੱਤੀ। ਭਲੀ ਵਾਰਤਾ ਜੈਸੇ ਭਈ, ਬਾਕੀ ਆਪਣੇ ਮੁਖ ਤੋਂ ਵੀ ਜੋ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਗੁਪਤ ਹਨ, ਸੋਢੀਆਂ ਨੇ ਮੰਜੀਆਂ ਲਾ ਲਈਆਂ ਨੇ, ਸੰਗਤ ਚ ਰੌਲਾ ਪੈ ਰਿਹਾ, ਇਹ ਵੀ ਵਾਰਤਾ ਸਾਰੀ ਸਿੱਖ ਨੇ ਖੋਲ ਕੇ ਸਮਝਾਈ ਹੈ, ਆਪਣੇ ਆਉਣ ਦਾ ਕਾਰਨ ਦੱਸਿਆ। ਮੈਂ ਮੁਖ ਦਵਾਰਕਾ ਦਾਸ, ਉਸ ਵੇਲੇ ਜਿਹੜੇ ਭੱਲਿਆਂ ਦੇ ਸਾਹਿਬਜ਼ਾਦੇ ਸਨ ਤੀਸਰੇ ਪਾਤਸ਼ਾਹ ਦੇ, ਉਹਨਾਂ ਵਿੱਚੋਂ ਸਭ ਤੋਂ ਮੁੱਖ ਦਵਾਰਕਾ ਦਾਸ ਸੀ, ਜੋ ਸਭ ਤੋਂ ਸਿਆਣੇ ਤੇ ਸਭ ਤੋਂ ਵੱਡੇ ਹਨ ਉਮਰ ਕਰਕੇ ਉਸ ਸਮੇਂ। ਪੱਤਰਕਾ ਹਮਾਰੇ ਪਾਸ, ਲੀਨ ਪੱਤਰਕਾ ਆਪਣੇ ਪਾਸ, ਉਹਨਾਂ ਨੇ ਆਪਣੇ ਕੋਲ ਚਿੱਠੀ ਪੜ੍ਹਨ ਵਾਸਤੇ ਲਈ ਵੀ ਲਿਆ, ਮੈਨੂੰ ਫੜਾ ਸਿੱਖਾ ਕੀ ਲਿਖਿਆ ਏ। ਜੋ ਸੋ ਤੇਗ ਬਹਾਦਰ ਮਾਤਾ, ਤੇ ਕੀ ਵੇਖਦੇ ਹਨ ਵੀ ਜੋ ਸ੍ਰੀ ਮਾਤਾ ਨਾਨਕੀ ਜੀ ਜੋ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨੇ, ਉਹਨਾਂ ਨੇ ਜੋ ਚਿੱਠੀ ਵਿੱਚ ਲਿਖਿਆ ਏ, ਤੁਮੇ ਉਪਕਾਰੀ ਸਾ ਸੁਖ ਦਾਤਾ, ਕੁਝ ਬਚਨ ਲਿਖਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਬੰਸ, ਹੈ ਦਵਾਰਕਾ ਦਾਸ ਜੀ, ਤੁਸੀਂ ਬਹੁਤ ਹੀ ਪਰਉਪਕਾਰੀ ਹੋ, ਸੁੱਖਾਂ ਦੇ ਦੇਣ ਹਾਰੇ ਹੋ। ਮਾਨਨੀ ਜਗ ਕੇ ਗੁਣ ਖਾਨੀ, ਸਾਰਿਆਂ ਦੇ ਵਿੱਚ ਮੰਨਨੀ ਇਹੋ ਸਤਿਕਾਰਯੋਗ, ਜਗਤ ਦੇ ਸਾਰੇ ਸਿੱਖ ਹੀ ਤੁਹਾਡਾ ਅਦਬ ਕਰਦੇ ਹਨ, ਤੁਸੀਂ ਗੁਣਾਂ ਦੀ ਖਾਨ ਹੋ। ਜਲ ਮਸਤਕ ਸ਼ੁਭ ਵਰਦਾਨੀ, ਤੁਹਾਡਾ ਮਸਤਕ ਬੜਾ ਉਜਲ ਹੈ, ਬਾਣੀ ਬੜੀ ਸ਼ੁਭ ਬੋਲਦੇ ਹੋ ਮੁਖ ਤੋਂ। ਮਰਜਾਦ ਗੁਰੂ ਘਰ ਕੇਰੀ, ਜੋ ਵੀ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਤੁਸੀਂ ਠਟਿਆ ਹੋਇਆ ਹੈ, ਭਾਵ ਗੁਰੂ ਮਹਾਰਾਜ ਦੀ ਮਰਿਆਦਾ ਦੇ ਧਾਰਨੀ ਹੋ। ਕਰਿਓ ਤੁਮਾਰੋ ਕੋਈ ਨ ਫੇਰੀ, ਤੇ ਤੁਹਾਨੂੰ ਇਹ ਬੇਨਤੀ ਹੈ, ਸ੍ਰੀ ਮਾਤਾ ਨਾਨਕੀ ਜੀ ਨੇ ਜੋ ਚਿੱਠੀ 'ਚ ਲਿਖਿਆ ਉਹ ਦਵਾਰਕਾ ਦਾਸ ਜੀ ਪੜ੍ਹ ਰਹੇ ਨੇ,
ਵੀ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਬਜ਼ੁਰਗ ਵੱਡੇ ਹੋ, ਕਰਿਓ ਤੁਮਾਰੋ ਕੋਈ ਨਾ ਫੇਰੀ। ਜੋ ਤੁਸੀਂ ਕਰਦੇ ਹੋ ਬਚਨ ਉਹਨੂੰ ਕੋਈ ਮੋੜਦਾ ਫੇਰਦਾ ਨਹੀਂ ਹੈ। ਅਬੇ ਲਗੇ ਮਾਨੇ ਸਥਾਨ ਆ ਤੁਸੀਂ ਸਾਰਿਆਂ ਤੋਂ ਵੱਡੇ ਸਥਾਨ ਤੇ ਹੋ। ਬੜੇ ਗੁਰੂ ਕੇ ਅੰਸ਼ ਸੁਜਾਨ ਵੱਡੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਅੰਸ਼ ਬੰਸੋ, ਬੜੇ ਸਿਆਣੇ ਹੋ ਆਪ ਜੀ। ਅਬ ਸੋਡੀ ਕੁਲ ਮੈਂ ਬੜ ਰੋਰਾ ਤੇ ਕਿਰਪਾ ਕਰੋ ਆਪ ਬਾਬਾ ਬਕਾਲਾ ਸਾਹਿਬ ਆਓ, ਕਿਉਂਕਿ ਜੋ ਸੋਢੀਆਂ ਦਾ ਖਾਨਦਾਨ ਬੰਸ ਹੈ ਇਹਨਾਂ 'ਚ ਬੜਾ ਰੌਲਾ ਪੈ ਗਿਆ ਏ। ਆਪਸ ਵਿੱਚ ਹੀ ਗੁਰੂ ਬਣ ਬਣ ਕੇ ਖਾਈ ਜਾਂਦੇ ਹਨ। ਮੈਂ ਮਨਾਇਆ ਮਨ ਇਸ ਠੌਰ ਇਸ ਕਰਕੇ ਇਹ ਦਵਾਰਕਾ ਦਾਸ ਜੀ ਤੁਹਾਡਾ ਬਾਬਾ ਬਕਾਲਾ ਸਾਹਿਬ ਵਿੱਚ ਆਉਣਾ ਜ਼ਰੂਰ ਬਣਦਾ, ਕਿਉਂਕਿ ਇਹ ਸੰਗਤ ਭਰਮ ਵਿੱਚ ਪੈ ਰਹੀ, ਦੁਖੀ ਹੋ ਰਹੀ ਹੈ। ਸੋਢੀ ਜਿਹੜੇ ਹਨ ਸਾਰੇ ਹੀ ਗੁਰੂ ਬਣ ਬੈਠੇ ਨੇ, ਇਸ ਲਈ ਤੁਹਾਡਾ ਆਉਣਾ ਜ਼ਰੂਰੀ ਬਣਦਾ ਏ। ਜਤ ਬਾਰਤਾ ਇਲਮੋ ਕੀਜੈ ਆ ਇਹਨਾਂ ਦੇ ਨਾਲ ਆ ਕੇ ਜੋ ਜੋਗ ਗੱਲਬਾਤ ਹੈ ਸਾਰਿਆਂ ਨਾਲ ਕਰੋ, ਵਰਤਾ ਗਾਦੀ ਸੋਨ ਪਖੀਜੈ ਕਿਉਂਕਿ ਜੋ ਗੁਰੂ ਨਾਨਕ ਸਾਹਿਬ ਦਾ ਤਖਤ ਹੈ ਉਹ ਖਾਲੀ ਹੋਈ ਹੈ ਇਸ ਵੇਲੇ, ਉਹ ਤੇ ਕੋਈ ਨਹੀਂ ਬਿਰਾਜਮਾਨ ਹੋ ਰਿਹਾ। ਮਨ ਸੰਗਤ ਕੇ ਸੰਸੈ ਮਹਾ ਇਸ ਕਰਕੇ ਸਿੱਖ ਸੰਗਤਾਂ ਦੇ ਮਨ ਵਿੱਚ ਵੀ ਬੜਾ ਭਾਰੀ ਸ਼ੰਕਾ ਜਿਹਾ ਸੰਸਾ ਜਿਹਾ ਬਣਿਆ ਏ ਵੀ ਅਸਲੀ ਗੁਰੂ ਕਿਹੜਾ ਹੈ, ਕਿਉਂਕਿ ਬਹੁਤੇ ਮੰਜੀਆਂ ਲਾ ਕੇ ਬੈਠ ਗਏ ਨੇ। ਰਮਤ ਤੈ ਉਤ ਲਾਖੋਇਆ ਇਵੇਂ ਸ੍ਰੀ ਮਾਤਾ ਨਾਨਕੀ ਜੀ ਨੇ ਜੋ ਪੱਤਰਕਾ ਲਿਖੀ ਹੈ, ਭ੍ਰਮਤ ਇਤਹਿ ਉਤ ਲਾਖੋਂ ਇਹਾਂ, ਵੀ ਹੇ ਸ੍ਰੀ ਦਵਾਰਕਾ ਦਾਸ ਜੀ, ਬਾਬਾ ਜੀ, ਸਿੱਖ ਸੰਗਤਾਂ ਇੱਧਰ ਉੱਧਰ ਲੱਖਾਂ ਦੀ ਗਿਣਤੀ ਦੇ ਵਿੱਚ ਭਰਮ ਰਹੀਆਂ ਹਨ। ਮਲਾਓ ਜਮ ਤਰੀ ਪਰਮੰਤੀ ਜਿਵੇਂ ਕਿਸੇ ਨਦੀ 'ਚ ਜਾਂ ਸਮੁੰਦਰ ਦੇ ਵਿੱਚ ਮਲਾਹ ਤੋਂ ਬਗੈਰ ਬੇੜੀ ਹੋਵੇ, ਤੇ ਮਲਾਹ ਤੋਂ ਬਗੈਰ ਬੇੜੀ ਜਿਵੇਂ ਭਰਮਦੀ ਹੈ। ਪਦ ਦੁਰੇ ਨ ਚਮੂ ਥਰੰਤੀ ਜਿਵੇਂ ਕੋਈ ਰਾਜਾ ਛੁਪ ਜਾਵੇ, ਲੁਕ ਜਾਵੇ, ਤਾਂ ਉਹਦੀ ਫੌਜ ਨੂੰ ਚੈਨ ਨਹੀਂ ਆਉਂਦਾ ਜਿੰਨਾ ਚਿਰ ਰਾਜਾ ਨਾ ਮਿਲੇ। ਇੱਧਰ ਉੱਧਰ ਭਰਮ ਦੀ ਧੱਕੇ ਖਾਂਦੀ ਹੈ ਫੌਜ, ਲੱਭਦੀ ਫਿਰਦੀ ਹੈ ਰਾਜੇ ਨੂੰ। ਸੰਗਤਾਂ ਬਹੁਤ ਲਾਈ ਉਸੇ ਤਰ੍ਹਾਂ ਬਿਨਾਂ ਮਲਾਹ ਦੀ ਬੇੜੀ ਦੇ ਵਾਂਗ, ਬਿਨਾਂ ਰਾਜੇ ਦੀ ਫੌਜ ਦੇ ਵਾਂਗ, ਜੋ ਗੁਰੂ ਨੀ ਤਖਤ ਤੇ ਪ੍ਰਗਟ ਹੋ ਕੇ ਬਿਰਾਜਮਾਨ ਹੋ ਰਹੇ ਨਵੇਂ ਪਾਤਸ਼ਾਹ, ਇਸੇ ਕਾਰਨ ਸਿੱਖ ਸੰਗਤਾਂ ਬੜੀਆਂ ਉਕਲਾਈਆਂ ਹੋਈਆਂ ਨੇ, ਵਿਆਕਲ ਹੋ ਰਹੀਆਂ ਨੇ, ਗੁਰੂ ਤੋਂ ਬਗੈਰ ਦੁਖੀ ਹੋ ਰਹੀਆਂ ਹਨ। ਹਰ ਡੇਰੇ ਉਤਰੀ ਸਮਦਾਈ ਆਏ ਬਕਾਲੇ ਨਗਰ ਦੇ 4 ਸਫੇਰੇ ਡੇਰੇ ਲੱਗੇ ਹੋਏ ਹਨ, ਦੂਰ ਦੂਰ ਤੋਂ ਸੰਗਤਾਂ ਨੇ ਉਤਾਰਾ ਕੀਤਾ ਹੈ। ਕਰਨ ਗੁਰ ਵੈਦਿਮ ਚਾਹੇ ਤੇ ਕਹਿੰਦੇ ਵੀ ਦਰਸ਼ਨ ਕਰਨ ਤਾਂ ਆਉਂਦੇ ਹਨ, ਨਿਰਣੈ ਗੁਰ ਹੋਏ ਇਮ ਚਾਹੈ। ਇਦਾਂ ਚਾਹਨਾ ਹੈ ਵੀ ਗੁਰੂ ਕੌਣ ਹੈ ਸੱਚਾ, ਇਹ ਸਾਨੂੰ ਨਿਰਣਾ ਹੋ ਜਾਵੇ, ਅਸੀਂ ਫੇਰ ਹੀ ਘਰੇ ਮੁੜੀਏ, ਫੇਰ ਹੀ ਜਾ ਕੇ ਕਿਸੇ ਹੋਰ ਨੂੰ ਵੀ ਪੁੱਛਣ ਤੇ ਦੱਸਾਂਗੇ ਵੀ ਫਲਾਣੇ ਗੁਰੂ ਹਨ। ਇਤ ਦਰਸ਼ਨ ਕੇ ਹਿਰਦੈ ਉਮਾਏ ਤੇ ਇੱਕ ਉਹਨਾਂ ਦੇ ਆਪਣੇ ਹਿਰਦੇ ਦੇ ਵਿੱਚ ਦਰਸ਼ਨ ਕਰਨ ਦਾ ਬੜਾ ਉਮਾਹ ਚਾਅ ਲੱਗਾ ਹੋਇਆ ਹੈ। ਮਮ ਸੁਧ ਨ ਨਿਗਸੈ ਰਹੇ ਘਰੇ ਤੇ ਵੇਖੋ ਹੇ ਦਵਾਰਕਾ ਦਾਸ ਜੀ, ਤੁਸੀਂ ਭਲਿਆਂ ਦੀ ਕੁਲ ਦੇ ਸ਼੍ਰੋਮਣੀ ਹੋ। ਮਮ ਸੁਤ ਨਹਿ ਨਿਗਸੇ ਰਹਿ ਘਰੇ, ਜੋ ਮੇਰਾ ਪੁੱਤਰ ਹੈ ਨਾ ਸ੍ਰੀ ਤੇਗ ਬਹਾਦਰ ਸਾਹਿਬ, ਇਹਨੂੰ ਵੱਡੇ ਸਤਿਗੁਰਾਂ ਦਾ ਵੀ ਵਾਰ ਹੈ। ਫਿਰ ਜਾਂਦਿਆਂ ਹੋਇਆਂ ਬਾਬਾ ਬਕਾਲੇ ਵੀ ਬਚਨ ਕਰ ਗਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੇ ਬਾਬੇ ਬਕਾਲੇ ਇਹੀ ਰਹਿੰਦੇ ਹਨ, ਹੋਰ ਤਾਂ ਕੋਈ ਰਹਿੰਦਾ ਨਹੀਂ ਸੀ ਪਹਿਲਾਂ। ਹੁਣ ਤਾਂ ਬਥੇਰੇ ਸੋਢੀ ਭਾਵੇਂ ਆ ਗਏ, ਪਰ ਇਹ ਗੁਰੂ ਹਨ, ਇਸ਼ਾਰਾ ਵੀ ਇਹਨਾਂ ਨਾਲ ਹੈ, ਮੇਰਾ ਭਰੋਸਾ ਵੀ ਇਹੀ ਗੁਰੂ ਹਨ। ਪਰ ਇਹ ਨਹੀਂ ਨਿਕਲਦੇ, ਭੋਰੇ ਵਿੱਚ ਹੀ ਘਰ ਦੇ ਵਿੱਚ ਹੀ ਬੈਠੇ ਰਹਿੰਦੇ ਹਨ। ਨੈਣ ਜਨਾਏ ਆਪਨ ਕੋ ਕਰੇ ਆਪਣਾ ਆਪ ਜਣਾਉਂਦੇ ਹੀ ਨਹੀਂ, ਕਿਸੇ ਨੂੰ ਦੱਸਦੇ ਹੀ ਨਹੀਂ ਹੈ ਵੀ ਅਸੀਂ ਵੀ ਇੱਥੇ ਬਕਾਲੇ ਵਿੱਚ ਹੀ ਵੱਸਦੇ ਹਾਂ। ਆਪ ਆਏ ਕਰ ਸਗਲ ਨਿਹਾਰੂ ਤੇ ਇਸ ਕਰਕੇ ਮੈਂ ਚਿੱਠੀ ਤਾਂ ਲਿਖੀ ਹੈ, ਸ੍ਰੀ ਮਾਤਾ ਨਾਨਕੀ ਜੀ ਲਿਖਦੇ ਹਨ ਵੀ ਤੁਸੀਂ ਵੱਡੇ ਸਤਿਗੁਰਾਂ ਦੇ ਬੰਸੋ, ਆਪ ਆਓ ਬਾਬਾ ਬਕਾਲਾ ਸਾਹਿਬ, ਇੱਥੇ ਜੋ ਕੁਝ ਬਣ ਰਿਹਾ ਸਾਰਾ ਆਪਣੀਆਂ ਅੱਖਾਂ ਦੇ ਨਾਲ ਵੇਖੋ, ਤੇ ਆਪਣੀ ਫਿਰ ਬੁੱਧ ਦੇ ਨਾਲ ਵੇਖੋ ਵੀ ਸਹੀ ਕੀ ਹੈ ਗਲਤ ਕੀ ਹੈ, ਉਹ ਤੁਸੀਂ ਵਿਚਾਰ ਕਰੋ। ਸਥਾਪਨ ਮਿਟੈ ਰੋਰਾ ਤੇ ਜੋ ਤੁਹਾਨੂੰ ਸਹੀ ਲੱਗੇ, ਜਿਵੇਂ ਫਿਰ ਗੁਰੂ ਸਥਾਪਨ ਕਰੋ ਤੇ ਰੌਲਾ ਮਿਟ ਜਾਵੇ, ਸੰਗਤ ਦੇ ਵਿੱਚ ਘਬਰਾਹਟ ਮੁੱਕ ਜਾਵੇ। ਕੋ ਨਿਜ ਹੋਰਾ ਹਰ ਗੋਰਾ ਹਾਂ, ਆਪਣੇ ਨਿਜ ਦੇ ਨਾਲ, ਆਪਣੀ ਬੁੱਧੀ, ਆਪਣੇ ਆਤਮਾ ਦੇ
ਮਲ ਨਾਲ ਪਰਖ ਕਰੋ ਵੀ ਕੌਣ ਹੌਲਾ ਹੈ ਤੇ ਕੌਣ ਗੌਰਾ ਭਾਰੀ ਹੈ। ਭਾਵ ਕਿ ਕਿਹੜੇ ਐਵੇਂ ਖਾਲੀ ਭਾਂਡੇ ਆਂ ਖੜਕ ਰਹੇ ਨੇ ਤੇ ਕਿਹੜੇ ਭਾਰੀ ਹਨ ਜਿਹੜੇ ਗੁਪਤ ਰੂਪ ਵਿੱਚ ਪ੍ਰਗਟ ਨਹੀਂ ਹੋ ਰਹੇ, ਗੁਪਤ ਰੂਪ ਹੋ ਕੇ ਬੈਠੇ ਹਨ। ਪਟਤ ਦਵਾਰਕਾ ਦਾਸ ਉਲਾਸੇ। ਸੋ ਇਸ ਤਰ੍ਹਾਂ ਜਦੋਂ ਚਿੱਠੀ ਸ੍ਰੀ ਮਾਤਾ ਨਾਨਕੀ ਜੀ ਦੀ ਪੜ੍ਹੀ ਤਾਂ ਦਵਾਰਕਾ ਦਾਸ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਬੰਸ ਦੇ ਸਾਹਿਬਜ਼ਾਦੇ ਨੇ ਬਹੁਤੇ ਖੁਸ਼ ਹੋਏ। ਤਤ ਜਲ ਬੇਕਾ ਬਾਗ ਬਿਲਾਸੇ। ਉਸੇ ਵੇਲੇ ਬਾਗ ਇਸ ਤਰ੍ਹਾਂ ਬਿਲਾਸ ਪ੍ਰਗਟ ਕੀਤੇ ਵੀ ਚਲੋ ਆਪਾਂ ਨੂੰ ਮਾਤਾ ਜੀ ਨੇ ਸੱਦਿਆ, ਬਕਾਲੇ ਜਾਣਾ ਚਾਹੀਏ। ਭਾਈ ਗੜੀਆ ਸਿੱਖ ਪੁਰਾਤਨ। ਉੱਥੇ ਹੀ ਭਾਈ ਗੜੀਆ ਜੀ ਜੋ ਪੁਰਾਤਨ ਸਿੱਖ ਸਨ, ਪੰਜਵੇਂ ਸਤਿਗੁਰਾਂ ਦੇ ਵੇਲੇ ਸੇਵਾ ਕਰ ਰਹੇ ਗੁਰੂ ਘਰ ਦੀ। ਜਾਣਤ ਗੁਰ ਘਰ ਕੀ ਸਭ ਬਾਤਨ। ਤੇ ਜੋ ਗੁਰੂ ਘਰ ਦੀਆਂ ਸਾਰੀਆਂ ਬਾਤਾਂ ਜਾਣਦੇ ਨੇ, ਮਰਿਆਦਾ ਦਾ ਪਤਾ ਹੈ, ਗੁਰੂ ਦੀਆਂ ਨਿਸ਼ਾਨੀਆਂ ਦਾ ਪਤਾ ਏ ਵੀ ਗੁਰੂ ਸਾਹਿਬ ਦੇ ਗੁਣ ਕੀ ਹਨ, ਉਹ ਸਾਰਾ ਕੁਝ ਹੀ ਜੋ ਜਾਣਦੇ, ਨੇੜਿਓਂ ਰਹਿ ਕੇ ਵੇਖਿਆ ਜੋ ਭਾਈ ਗੜੀਏ ਨੇ। ਕੋਲੇ ਘਰ ਸੰਗ ਸਦਾਏ। ਉਸ ਭਾਈ ਗੜੀਏ ਨੂੰ ਨਾਲ ਲੈ ਕੇ ਭਾਈ ਦਵਾਰਕਾ ਦਾਸ ਜੀ ਬਾਬਾ ਬਕਾਲਾ ਸਾਹਿਬ ਨੂੰ ਚੱਲ ਪਏ। ਅਪਰ ਭਰਾਤ ਪ੍ਰਿਤ ਲੈ ਸਮੁਦਾਏ। ਹੋਰ ਵੀ ਨਾਲ ਆਪਣੇ ਭਰਾ ਭੱਲਿਆਂ ਦੇ ਸਾਹਿਬਜ਼ਾਦੇ ਤੇ ਆਪਣੇ ਸੇਵਕ ਨਾਲ ਹੀ ਲੈ ਲਏ, ਸਾਰੇ ਇਕੱਠੇ ਹੋ ਕੇ ਤੁਰ ਪਏ। ਜਾਏ ਪਹੁੰਚੇ ਨਿਕਟ ਬਗਾਲੇ। ਇਹ ਮੰਜ਼ਲਾਂ ਨੂੰ ਤੈਅ ਕਰਦਿਆਂ ਹੋਇਆਂ ਬਾਬਾ ਬਕਾਲਾ ਸਾਹਿਬ ਨਗਰ ਦੇ ਨੇੜੇ ਆਣ ਪਹੁੰਚੇ। ਪ੍ਰਵੇਸ਼ਨ ਪਗ ਲੈ ਚਾਲੇ। ਪਰ ਜਦੋਂ ਨਗਰ ਦੇ ਬਾਹਰ ਜੇ ਆਏ ਤਾਂ ਫਿਰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੈਰ ਨਹੀਂ ਇਹਨਾਂ ਦਾ ਚੱਲ ਰਿਹਾ, ਪਿੰਡ ਨੂੰ ਵੜਨ ਦੇ ਲਈ ਕਦਮ ਨਹੀਂ ਅੱਗੇ ਵਧਾ ਰਹੇ, ਉੱਥੇ ਹੀ ਰੁਕ ਗਏ ਹਨ। ਹਰੇ ਵਿਚਾਰਤ ਚਿਤ ਉਪਜਾਵੇ। ਉੱਥੇ ਖਲੋ ਕੇ ਤੇ ਭਾਈ ਦਵਾਰਕਾ ਦਾਸ ਭਾਈ ਗੜੀਆ ਜੀ ਆਪਸ ਦੇ ਵਿੱਚ ਵਿਚਾਰਾਂ ਕਰਨ ਲੱਗ ਪਏ। ਕਰ ਤੇਗ ਬਹਾਦਰ ਜਾ। ਕਹਿੰਦੇ ਜੇ ਹੁਣ ਆਪਾਂ ਸਿੱਧਾ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚ ਜਾਂਦੇ ਹਾਂ। ਧੀਰ ਮਲ ਮਾਨੀ ਅਨਖੈ। ਤੇ ਜਿਹੜਾ ਧੀਰ ਮੱਲ ਹੈ ਨਾ, ਬਹੁਤਾ ਹੀ ਹੰਕਾਰੀ ਹੈ, ਉਹ ਬੜਾ ਗੁੱਸਾ ਕਰੂਗਾ, ਸੜ ਬਲ ਜਾਊਗਾ ਉੱਥੇ ਸਾਡੇ ਜਾਣ ਕਰਕੇ। ਆਪਣਾ ਆਪ ਜੋ ਵੱਡਾ ਕਹਿ। ਕਿਉਂਕਿ ਆਪਣੇ ਆਪ ਨੂੰ ਜੋ ਸਾਰਿਆਂ ਤੋਂ ਵੱਡਾ ਕਹਾਉਂਦਾ ਹੈ ਵੀ ਮੈਂ ਹੀ ਵੱਡਾ ਹਾਂ। ਜੇ ਘਰ ਧੀਰ ਮਲ ਕੇ ਜਾਏ। ਫੇਰ ਵਿਚਾਰ ਕਰਦੇ ਨੇ ਵੀ ਜੇ ਆਪਾਂ ਸ੍ਰੀ ਤੇਗ ਬਹਾਦਰ ਸਾਹਿਬ ਦੇ ਘਰੇ ਨਹੀਂ ਜਾਂਦੇ ਤੇ ਉਹਦੇ ਥਾਂ ਤੇ ਆਪਾਂ ਧੀਰ ਮੱਲ ਦੇ ਕੋਲ ਜਾਂਦੇ ਆ, ਉਹਦੇ ਡੇਰੇ ਵਿੱਚ। ਨਾ ਜੋਗਤਾ ਇਹ ਲੱਖ ਪਾਏ। ਤੇ ਇਹ ਵੀ ਗੱਲ ਫਿਰ ਜੋਗ ਨਹੀਂ, ਇਹ ਜਾਣੀ ਜਾਂਦੀ ਆ ਵੀ ਉਹ ਤਾਂ ਦਮ ਪਖੰਡ ਜਿਹਾ ਕਰ ਰਿਹਾ ਹੈ, ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੇ ਉਧਰ ਨੂੰ ਚਲੇ ਗਏ ਤਾਂ ਫਿਰ ਸੰਗਤ ਨੂੰ ਸਾਡੇ ਜਾਣ ਕਰਕੇ ਹੋਰ ਭੁਲੇਖਾ ਵਧੇਗਾ, ਉਹ ਫਿਰ ਪਖੰਡੀ ਵੱਲ ਜਾਣਗੇ। ਹਮ ਕੋ ਦੋਨੋਂ ਸਦਨ ਸਮਾਨ। ਤੇ ਦਵਾਰਕਾ ਦਾਸ ਜੀ ਤੇ ਭਾਈ ਗੜੀਆ ਵਿਚਾਰਦੇ ਨੇ ਵੀ ਗੁਰੂ ਦੀ ਬੰਸ ਹੋਣ ਕਰਕੇ ਸਾਨੂੰ ਤਾਂ ਦੋਵੇਂ ਘਰ ਇੱਕੋ ਜਿਹੇ ਹੀ ਹਨ। ਬੈਠ ਰਹੇ ਮਗਨ ਤੀਠਾ। ਇਸ ਤਰ੍ਹਾਂ ਸਾਧ ਸੰਗਤ ਗਿਣਤੀਆਂ ਮਿਣਤੀਆਂ ਵਿਚਾਰਾਂ ਕਰਦੇ ਆ। ਬਾਬੇ ਬਕਾਲੇ ਸਾਹਿਬ ਨਗਰ ਦੀ ਹੱਦ ਤੇ ਤਾਂ ਆ ਗਏ ਨੇ, ਪਰ ਉੱਥੇ ਹੀ ਬੈਠ ਕੇ ਸੋਚੀ ਜਾ ਰਹੇ ਨੇ ਵੀ ਆਪਾਂ ਕੀ ਕਰੀਏ, ਕਿਹਦੇ ਵੱਲ ਪਹਿਲਾਂ ਜਾਈਏ। ਇਹ ਤਕ ਕਾਲ ਬਤਾਏ ਤਾਂ। ਜਦੋਂ ਕਿੰਨਾ ਹੀ ਸਮਾਂ ਇਦਾਂ ਆਪਸ ਵਿੱਚ ਭਜਨ ਕਰਦੇ ਆ, ਉੱਥੇ ਇਹਨਾਂ ਨੇ ਬਤੀਤ ਕੀਤਾ। ਬੋਲਿਓ ਤਵੇ ਦਵਾਰਕਾ ਦਾਸ। ਉਸ ਵੇਲੇ ਗੁਰੂ ਅਮਰਦਾਸ ਜੀ ਦੀ ਬੰਸ ਦੇ ਸਾਹਿਬਜ਼ਾਦੇ ਬਾਬਾ ਦਵਾਰਕਾ ਦਾਸ ਜੀ ਕਹਿਣ ਲੱਗੇ, ਓ ਗੜੀਆ ਤੂੰ ਸਿੱਖ ਪੁਰਾਨੋ। ਕਹਿਣ ਲੱਗੇ ਵੀ ਹੇ ਭਾਈ ਗੜੀਆ, ਤੂੰ ਤੇ ਪੁਰਾਣਾ ਸਿੱਖ ਹੈ, ਵੱਡੇ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਤੋਂ ਸਤਿਗੁਰਾਂ ਦੇ ਵੇਲੇ ਤੋਂ ਸੇਵਾ ਕਰਦਾ ਆ ਰਿਹਾ ਹੈ ਗੁਰੂ ਘਰ ਦੀ। ਚਰਿੱਤਰ ਗੁਰਨ ਕੋ ਜਾਣੋ। ਤੂੰ ਗੁਰਾਂ ਦੇ ਚਰਿੱਤਰ ਵੀ ਸਾਰੇ ਜਾਣਦਾ ਹੈ ਵੀ ਜਿਵੇਂ ਗੁਰੂ ਮਹਾਰਾਜ ਕੌਤਕ ਕਰਦੇ ਰਹੇ, ਖੇਡਾਂ ਕੀਤੀਆਂ, ਸਾਰਾ ਤੈਨੂੰ ਪਤਾ ਹੈ, ਭੁੱਲ ਕੋਈ ਨਹੀਂ ਹੈ। ਸੋ ਵਸਤ ਕੀ ਗਿਣਤ ਨਾ ਕਰੀਏ। ਇਸ ਕਰਕੇ ਕਿਸੇ ਵਸਤੂ ਦੀ ਗਿਣਤੀ ਨਾ ਕਰੀਏ, ਆਪਾਂ ਚਿੰਤਾ ਫਿਕਰ ਨਾ ਕਰੀਏ। ਹੁਣ ਜਪ ਮੌਲਿਕ ਉਸ ਹਿਰਦੈ ਵਿਚਾਰੀ। ਆ ਵੇਖੋ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਜਪ ਸਾਹਿਬ ਬਾਣੀ ਵਿੱਚ ਲਿਖਿਆ ਹੈ ਨਾ, ਉਹ ਬਚਨ ਪੜ੍ਹ ਲਈਏ ਬੋਲ ਕੇ ਤੇ ਫਿਰ ਆਪਣੇ ਹਿਰਦੇ ਵਿੱਚ ਵਿਚਾਰ ਲਈਏ, ਵਸਾ ਲਈਏ। ਆਪਿਆ ਨਾ ਜਾਏ ਕੀਤਾ ਨਾ ਹੋਏ। ਕਿਹੜੇ ਬਚਨ ਨੇ? ਭਾਈ ਦਵਾਰਕਾ ਦਾਸ ਕਹਿਣ ਲੱਗੇ, ਵੇਖ ਗੁਰੂ ਨਾਨਕ ਸਾਹਿਬ ਨੇ ਭਾਈ ਗੜੀਆ ਜੀ ਆਖਿਆ ਹੈ ਨਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਵੀ ਜਿਹੜਾ ਵਾਹਿਗੁਰੂ ਹੈ, ਜੋ ਗੁਰੂ ਹੈ, ਉਹ ਥਾਪਿਆ ਹੋਇਆ ਨਹੀਂ, ਕਿਸੇ ਦਾ ਥਾਪਿਆ ਜਾ ਸਕਦਾ। ਵੀ ਜੇ ਆਪਾਂ ਇਹ ਸੋਚੀਏ ਵੀ ਅਸੀਂ ਜਾ ਕੇ ਥਾਪ ਦੇਵਾਂਗੇ, ਤਖਤ ਤੇ ਬਿਠਾ ਦੇਵਾਂਗੇ, ਕੀਤਾ ਨਾ ਹੋਏ, ਕਿਸੇ ਦਾ ਕੀਤਾ ਹੋਇਆ ਗੁਰੂ ਨਹੀਂ ਬਣਦਾ।
ਕਿਸੇ ਦਾ ਪੈਦਾ ਨਹੀਂ ਕੀਤਾ ਹੋਇਆ ਵਾਹਿਗੁਰੂ, ਨਾ ਹੀ ਉਹਨੂੰ ਕੋਈ ਸਿੰਘਾਸਣ ਤੇ ਥਾਪ ਸਕਦਾ ਹੈ। ਆਪੇ ਆਪ ਨਿਰੰਜਨ ਸੋਏ, ਆਪੇ ਆਪ ਹੀ ਹੈ ਨਿਰੰਜਨ, ਮਾਇਆ ਤੋਂ ਰਹਿਤ ਸੁਧ ਸਰੂਪ ਵਾਹਿਗੁਰੂ। ਇਹ ਭਜਨ ਚੇਤੇ ਕਰ ਲੈ ਵੀ ਗੁਰੂ ਸਾਹਿਬ ਨੇ ਭਾਵੇਂ ਪਰਮੇਸ਼ਰ ਪ੍ਰਤੀ ਕਿਹਾ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਵੀ ਉਹ ਆਪੇ ਆਪ ਹੀ ਮਹਾਰਾਜ ਥਾਪੇ ਹੋਏ ਨੇ, ਆਪੇ ਆਪ ਹੀ ਪ੍ਰਗਟ ਹੋਏ ਨੇ। ਐਵੇਂ ਹੀ ਆਪਾਂ ਕਾਹਦਾ ਫਿਕਰ ਕਰਨਾ ਹੈ ਵੀ ਗੁਰੂ ਕੌਣ ਹੈ ਕੌਣ ਨਹੀਂ, ਅਸੀਂ ਕੀ ਥਾਪਣ ਵਾਲੇ, ਅਸੀਂ ਕਿਹਨੂੰ ਤਖਤ ਤੇ ਬਿਠਾਉਣਾ ਹੈ। ਇਹ ਮਨ ਵਿੱਚੋਂ ਚਿੰਤਾ ਹੀ ਕੱਢ ਦੇ, ਉਹ ਮਾਲਕ ਨੇ ਤਾਂ ਆਪ ਹੀ ਬੈਠਣਾ ਹੈ, ਸਾਨੂੰ ਤਾਂ ਐਵੇਂ ਵਡਿਆਈ ਦੇਣੀ ਹੈ ਥੋੜੀ ਜੀ। ਏਕ ਬਹਾਦਰ ਗੁਰ ਹੈ ਸੱਚ, ਤੇ ਨਿਰਣਾ ਕਰ ਲਈਏ ਵੀ ਗੁਰੂ ਤੇਗ ਬਹਾਦਰ ਹੀ ਇਸ ਵੇਲੇ ਸੱਚੇ ਗੁਰੂ ਹਨ। ਨਾ ਟਾਏ ਸਕੈ ਤੇ ਕਾਚ, ਆ ਕਿਹੜਾ ਕੱਚਾ ਬਿੱਲਾ ਜਿਹਾ ਗੁਰੂ ਬਣ ਕੇ ਭਾਵੇਂ ਬੈਠ ਜਾਵੇ, ਉਹਨਾਂ ਨੂੰ ਹਟਾ ਕੌਣ ਸਕਦਾ ਹੈ। ਉਹਦਾ ਧੁਰੋਂ ਥਾਪੇ ਨੇ, ਜਿਹੜੇ ਧੁਰੋਂ ਥਾਪੇ ਨੇ ਨਾ ਉਹ ਕਿਸੇ ਦੇ ਬਣਾਏ ਨੇ, ਕਿਉਂਕਿ ਕਿਸੇ ਦਾ ਬਣਾਇਆ ਹੋਵੇ ਕੋਈ ਤਾਂ ਉਹ ਫਿਰ ਉਹਨੂੰ ਮੇਟ ਵੀ ਸਕਦਾ ਹੈ। ਜਿਵੇਂ ਲੋਕ ਵੱਡੇ ਵੱਡੇ ਰਾਜੇ ਬਣਾਉਂਦੇ ਨੇ, ਫਿਰ ਜਦੋਂ ਜੀ ਚਾਹੇ ਉਹਨਾਂ ਨੂੰ ਮੇਟ ਦਿੰਦੇ ਹਨ ਨਾ, ਕਿਉਂਕਿ ਬਣਾਇਆ ਲੋਕਾਂ ਨੇ ਹੈ, ਪਰ ਜਿਹਨੂੰ ਬਣਾਇਆ ਪਰਮੇਸ਼ਰ ਨੇ ਉਹਨੂੰ ਕੌਣ ਥਾਪ ਸਕਦਾ, ਉਹਨੂੰ ਕੌਣ ਮੇਟ ਸਕਦਾ ਏ। ਤੇ ਇਹ ਦਵਾਰਕਾ ਦਾਸ ਭਾਈ ਗੜੀਆ ਜੀ ਨੂੰ ਕਹਿੰਦੇ ਬਚਨ ਵਿਚਾਰੋ ਗੁਰੂ ਨਾਨਕ ਸਾਹਿਬ ਦਾ। ਆਪਾਂ ਨੂੰ ਤੇ ਮਹਾਰਾਜ ਵਾਹਿਗੁਰੂ ਨੇ ਵਡਿਆਈ ਦੇਣੀ ਹੈ, ਸੱਚੇ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ, ਉਹਨਾਂ ਨੂੰ ਕੋਈ ਹਟਾ ਮਟਾ ਨਹੀਂ ਸਕਦਾ। ਜਿੰਨੇ ਮਰਜ਼ੀ ਕੱਚੇ ਆ ਜਾਣ, ਕੱਚ ਦੇ ਆਉਣ ਨਾਲ ਹੀਰੇ ਦਾ ਮੁੱਲ ਨਹੀਂ ਘਟ ਜਾਂਦਾ। ਕਿਸ ਤੇ ਥਾਪਿਓ ਜਾਏ ਨਾ ਸੋਏ, ਇਸ ਕਰਕੇ ਕਿਸੇ ਤੇ ਮਹਾਰਾਜ ਸਾਹਿਬ ਥਾਪੇ ਨਹੀਂ ਜਾ ਸਕਦੇ। ਆਪੇ ਆਪ ਕਰੇ ਸੋਏ, ਆਪੇ ਆਪ ਹੀ ਜੋ ਮਹਾਰਾਜ ਕਰਨਗੇ ਉਹੀ ਹੋਵੇਗਾ, ਸਾਡੀ ਸਿਆਣਪ ਨਹੀਂ ਕਿਸੇ ਕੰਮ ਆਉਣੀ। ਅਜ ਗਿਣਤੀ ਤਿਨ ਕੇ ਘਰ ਸਭ ਚਲੀਐ, ਚਿੰਤਾ ਛੱਡੋ, ਚਲੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਚੱਲਦੇ ਹਾਂ। ਪੂਰਬ ਪਹੁੰਚ ਨਾਨਕੀ ਮਿਲੀਐ, ਪਹਿਲਾਂ ਸ੍ਰੀ ਮਾਤਾ ਨਾਨਕੀ ਜੀ ਨੇ ਜੋ ਆਪਾਂ ਨੂੰ ਚਿੱਠੀ ਲਿਖੀ ਆ ਉਹਨਾਂ ਨੂੰ ਮਿਲੀਏ, ਜਾ ਕੇ ਸਾਰਾ ਬਚਨ ਕਰੀਏ। ਪਰਸ ਪਰ ਮਤ ਕੋ ਕਰਕੇ, ਇਸ ਤਰ੍ਹਾਂ ਆਪਸ ਵਿੱਚ ਗੁਰਮਤਾ ਕਰਕੇ ਦੋਵਾਂ ਸਿੱਖਾਂ ਨੇ ਰਾਮ ਪ੍ਰਵੇਸ਼ੇ ਅਰਕ ਸੋ ਧਰ, ਬਾਬਾ ਬਕਾਲਾ ਸਾਹਿਬ ਜੀ ਦੇ ਵਿੱਚ ਖੁਸ਼ ਹੋ ਕੇ ਪ੍ਰਵੇਸ਼ ਕਰ ਸ੍ਰੀ ਗਏ। ਗੁਰ ਤੇਗ ਬਹਾਦਰ ਘਰੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਘਰ ਹੈ, ਭਾਵ ਜਿੱਥੇ ਆਪਾਂ ਮਹਾਰਾਜ ਦੇ ਦਰਬਾਰਾਂ 'ਚ ਹਾਜ਼ਰੀਆਂ ਭਰ ਰਹੇ ਹਾਂ, ਜਾਏ ਨਾਨਕੀ ਦਰਸ਼ਨ ਕਰੇ, ਇੱਥੇ ਜਾ ਕੇ ਭਾਵ ਕਿ ਇੱਥੇ ਆ ਕੇ ਸਤਿਗੁਰੂ ਮਹਾਰਾਜ ਦੇ ਮਾਤਾ ਜੀ ਦੇ ਦਰਸ਼ਨ ਕੀਤੇ ਭਾਈ ਦਵਾਰਕਾ ਦਾਸ ਅਤੇ ਭਾਈ ਗੜੀਆ ਨੇ। ਸ੍ਰੀ ਗੁਰ ਅਮਰ ਅੰਸ ਕੋ ਜਾਣੈ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਜਾਣ ਕੇ, ਵੱਡੇ ਥਾਂ ਜਾਣ ਕਰਕੇ ਮਾਤਾ ਜੀ ਨੇ ਏਕ ਟੂਟੀ ਬੰਦਨਾ ਠਾਨੈ, ਦਵਾਰਕਾ ਦਾਸ ਜੀ ਨੂੰ ਵੇਖ ਕੇ ਖਲੋ ਗਏ ਹਨ ਤੇ ਝੁਕ ਕੇ ਨਮਸਕਾਰ ਕੀਤੀ ਵੀ ਇਹ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ। ਭਾਈ ਗੜੀਏ ਬੰਦਨ ਕੀ, ਭਾਈ ਗੜੀਆ ਗੁਰੂ ਕਾ ਸਿੱਖ ਅੱਗੇ ਹੋਇਆ, ਮਾਤਾ ਨਾਨਕੀ ਜੀ ਨੂੰ ਬੰਦਨਾ ਕੀਤੀ। ਗੁਰਸਿੱਖੋ ਆਸ਼ਿਕ ਬਾਦੀ, ਅੱਗੋਂ ਮਾਤਾ ਜੀ ਨੇ ਗੁਰਸਿੱਖ ਭਾਈ ਗੜੀਏ ਨੂੰ ਬਹੁਤ ਅਸੀਸਾਂ ਦਿੱਤੀਆਂ ਵੀ ਸਦਾ ਹੀ ਆਨੰਦ ਮਾਣੋ। ਸਾਦਰ ਬੈਠ ਗਏ ਹਰ ਗਏ ਅਰ ਖਾਏ, ਆ ਬੜੇ ਸਤਿਕਾਰ ਦੇ ਨਾਲ ਮਾਤਾ ਜੀ ਨੇ ਬਿਠਾਇਆ ਹੈ, ਖੁਸ਼ ਹੋ ਕੇ ਬੈਠ ਗਏ। ਕੁਸ਼ਲ ਪ੍ਰਸ਼ਨ ਕਰ ਕਰ ਪਾਏ, ਆ ਕੁਝ ਸਮਾਂ ਜਲ ਪਾਣੀ ਛਕਿਆ, ਆਪਸ ਵਿੱਚ ਕੁਸ਼ਲ ਪ੍ਰਸੰਨਤਾ ਦੇ ਜਿਵੇਂ ਸੁਖ ਸਾਂਦ ਹਾਲ ਚਾਲ ਪੁੱਛਣ ਵਾਲੇ ਬਚਨ ਬਲਾਸ ਕੀਤੇ। ਕੀਨ ਸੰਭਾਕ ਬਿਲਾਸ, ਤੇ ਜਦੋਂ ਇਹ ਬੜੇ ਪਿਆਰ ਨਾਲ ਬਚਨ ਬਲਾਸ ਚੱਲ ਰਹੇ ਸਨ ਤੇ ਬੈਠਿਆਂ ਬੈਠਿਆਂ ਹੀ ਭਾਈ ਗੜੀਏ ਜੀ ਨੇ ਇੱਕ ਬਲਾਸ ਦਾ, ਇੱਕ ਪ੍ਰੇਮ ਨਾਲ ਹਾਸੇ ਦਾ ਬਚਨ ਮਾਤਾ ਨਾਨਕੀ ਜੀ ਨੂੰ ਕੀਤਾ। ਗੁਰ ਪ੍ਰਗਟ ਤੁਮੈ ਵਾਸ, ਕਹਿਣ ਲੱਗੇ ਮਾਤਾ ਜੀ ਜਿਵੇਂ ਤੁਸੀਂ ਕਿਹਾ ਹੈ ਵੀ ਆ ਕੇ ਇਹਨਾਂ ਨੂੰ ਪ੍ਰਗਟ ਕਰੋ, ਤੇ ਜੇ ਤੁਹਾਡੇ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋ ਜਾਣ ਗੁਰੂ ਰੂਪ ਅੰਦਰ, ਸਤ ਸੰਗਤ ਧਨ ਕੇ ਤਕ ਦਿਓ, ਮਾਤਾ ਜੀ ਦੱਸੋ ਫਿਰ ਸਤ ਸੰਗਤ ਨੂੰ ਕਿੰਨਾ ਕੁ ਧਨ ਦਿਓਗੇ, ਸਾਡੀ ਕੀ ਅਰਦਾਸ ਕਰੋਗੇ, ਸਾਡੀ ਕੀ ਸੇਵਾ ਕਰੋਗੇ। ਇਹ ਇੱਕ ਵਿਲਾਸ ਨਾਲ ਵੀ ਭਜਨ ਕੀਤਾ, ਦੂਜਾ ਐਵੇਂ ਵੀ ਹੋ ਸਕਦਾ ਵੀ ਜਿਵੇਂ ਧੀਰਮਲ ਜਾਂ ਹੋਰ ਸੋਢੀਆਂ ਨੇ ਮਸੰਦਾਂ ਨੂੰ ਕਿਹਾ ਨਾ ਤੁਹਾਨੂੰ ਇੰਨੇ ਦੇਵਾਂਗੇ ਸਾਡਾ ਪ੍ਰਚਾਰ ਕਰੋ, ਤੇ ਉਹ ਗੱਲ ਨੂੰ ਲੈ ਕੇ ਮਾਤਾ ਜੀ ਨੂੰ ਮਖੌਲ ਕਰ ਰਹੇ ਹੋਣ, ਹਾਸਾ ਕਰ ਰਹੇ ਹੋਣ, ਮਾਤਾ ਜੀ ਉਹ ਤਾਂ ਇੰਨੇ ਦੇ ਰਹੇ ਆ ਗੁਰੂ ਪ੍ਰਗਟ ਕਰਨ ਦੇ ਲਈ,
ਸਾਨੂੰ ਕੀ ਦਿਓਗੇ? ਸੰਗਤ ਦੀ ਕੀ ਸੇਵਾ ਕਰੋਗੇ? ਕਰੋ ਚਾਵਨ ਮਾਤਾ ਕਉ। ਤੇ ਮਾਤਾ ਜੀ ਇਹ ਦੱਸੋ ਫਿਰ ਕੀ ਖਵਾਓਗੇ ਮੈਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਪ੍ਰਗਟ ਹੋ ਗਏ? ਜਨਨੀ ਕੋ ਸੁਨ ਮਨ ਰਖਾਨਾ। ਆ ਜਦੋਂ ਭਾਈ ਗੜੀਏ ਜੀ ਨੇ ਇਦਾਂ ਬਲਾਸ ਦਾ ਬਚਨ ਕਿਹਾ ਤਾਂ ਸੁਣ ਕੇ ਮਾਤਾ ਨਾਨਕੀ ਜੀ ਵੀ ਬਹੁਤ ਖੁਸ਼ ਹੋਏ, ਹੱਸ ਪਏ ਸੁਣ ਕੇ। 10,000 ਦੇਵਨ ਕੋ ਮਾਨਾ। ਪਰ ਫੇਰ ਵੀ ਗੁਰੂ ਦੇ ਸਿੱਖ ਹਨ, ਇਹ ਸਤਿਕਾਰ ਕਰਕੇ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਸਭ ਕੁਝ ਗੁਰੂ ਮਹਾਰਾਜ ਦੇ ਸਿੱਖਾਂ ਦਾ ਹੀ ਹੈ, ਪਰ ਫੇਰ ਵੀ ਮੈਂ 10,000 ਗੁਰੂ ਦੀ ਸੰਗਤ ਦੀ ਸੇਵਾ ਲਈ ਅਰਦਾਸ ਭੇਟਾ ਦੇਵਾਂਗੀ। ਗੜੀਏ ਤਾਰ ਆਨੰਦ ਬਿਲੰਦ। ਤੇ ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਤੇ ਭਾਈ ਗੜੀਆ ਬਹੁਤਾ ਹੀ ਆਨੰਦਿਤ ਹੋਇਆ, ਬਹੁਤਾ ਹੀ ਖੁਸ਼ ਹੋਇਆ। ਅਰਦਾਸ ਹੱਥ ਦਵੈ ਬੰਦ। ਦੋਵੇਂ ਹੱਥ ਜੋੜ ਕੇ ਫਿਰ ਉਸ ਵੇਲੇ ਖਲੋ ਕੇ ਅਰਦਾਸ ਕੀਤੀ, ਹੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਮਾਤਾ ਨਾਨਕੀ ਜੀ ਦੀ ਇੱਛਾ ਪੂਰੀ ਕਰੋ। ਇਹਨਾਂ ਦੇ ਸਾਹਿਬਜ਼ਾਦੇ ਜੋ ਗੁਰੂ ਬਣਾਏ ਨੇ ਆਪ ਜੀ ਨੇ, ਇਹ ਪ੍ਰਗਟ ਪ੍ਰਤੱਖ ਹੋ ਜਾਣ ਸਿੱਖ ਸੰਗਤਾਂ ਵਿੱਚ। ਗੁਰ ਅੰਸ਼ ਦਵਾਰਕਾ ਦਾਸ। ਐਵੇਂ ਅਰਦਾਸ ਬੇਨਤੀ ਕਰ ਦਿੱਤੀ ਜਦ ਫੇਰ ਸਾਧ ਸੰਗਤ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਦੇ ਵਿੱਚੋਂ ਦਵਾਰਕਾ ਦਾਸ ਜੀ ਹਨ, ਗਮ ਨਾਲੀਏ ਰਲੇ ਪਾਸ। ਉਹਨਾਂ ਕੀ ਕੀਤਾ ਵੀ ਥੋੜਾ ਜਿਹਾ ਕੇਸਰ ਤੇ ਇੱਕ ਲਲੇਰ ਸ੍ਰੀ ਫਲ ਲੈ ਕੇ ਆਪਣੇ ਕੋਲ, ਗੜੀਆ ਨਿਜ ਸੰਗ ਲੀ। ਤੇ ਜੋ ਗੁਰਮੁਖ ਅਵਸਥਾ ਵਾਲਾ ਭਾਈ ਗੜੀਆ ਸਿੱਖ ਹੈ ਉਹਨੂੰ ਆਪਣੇ ਨਾਲ ਲੈ ਕੇ ਹਮਨੇ ਸ੍ਰੀ ਗੁਰੂ ਜਾਸੀ। ਜਿੱਥੇ ਘਰ ਦੇ ਮਗਰ ਭੋਰੇ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਏ ਸਨ, ਭਾਈ ਗੜੀਆ ਨੂੰ ਨਾਲ ਲੈ ਕੇ ਦਵਾਰਕਾ ਦਾਸ ਜੀ ਉੱਥੇ ਚਲੇ ਗਏ। ਇੱਕ ਗੁਰ ਅਮਰ ਅੰਸ਼ ਰਖਾਏ। ਜਦੋਂ ਨਾਵੇਂ ਪਾਤਸ਼ਾਹ ਨੇ ਵੇਖਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਆਈ ਹੈ, ਬਹੁਤ ਮਹਾਰਾਜ ਵੇਖ ਕੇ ਖੁਸ਼ ਹੋਏ। ਖੜੇ ਹੋਏ ਮਿਲ ਕੰਠ ਲਗਾਏ। ਵੱਡੇ ਸਤਿਗੁਰਾਂ ਦੀ ਬੰਸ ਜਾਣ ਕੇ ਉਸੇ ਵੇਲੇ ਮਹਾਰਾਜ ਖਲੋ ਕੇ ਤੇ ਆਪਣੇ ਕੰਠ ਨਾਲ ਮਹਾਰਾਜ ਨੇ ਲਾਇਆ, ਭਾਵ ਛਾਤੀ ਵਿੱਚ ਲੈ ਕੇ ਮਿਲੇ ਹਨ। ਅਵਗਰੇ ਕੁਸ਼ਲ ਬੂਝ ਬੈਠਾਏ। ਆ ਦੋਹੀਂ ਪਾਸੀ ਸੁਖ ਸ਼ਾਂਤ ਦੇ ਬਚਨ ਬਲਾਸ ਕਰਕੇ ਕੁਸ਼ਲਤਾ ਪੁੱਛ ਕੇ ਤੇ ਬੈਠ ਗਏ। ਆਦਰ ਕਰ ਬਚ ਮਦਰ ਸੁਆਏ। ਬਹੁਤ ਸਤਿਕਾਰ ਦੇ ਨਾਲ ਮਿੱਠੇ ਤੇ ਸੁਹਾਵਣੇ ਬਚਨ ਸਤਿਗੁਰਾਂ ਦੇ ਨਾਲ ਹੋਏ। ਜਗਤ ਦਵਾਰਕਾ ਦਾਸ ਆਨੰਦੇ। ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਬਾਬਾ ਦਵਾਰਕਾ ਦਾਸ ਜੀ ਵੀ ਬੜੇ ਆਨੰਦ ਵਿੱਚ ਬੜੇ ਖੁਸ਼ ਹਨ। ਅਸਤਦ ਕੀਨਸ ਗੁਰੂ ਬਿਲੰਦੇ। ਵੱਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹ ਵਾਕਿਆ ਹੀ ਗੁਰੂ ਨੇ, ਇਹਨਾਂ ਦੇ ਮੱਥੇ ਦੇ ਜਿਹੜੇ ਤੇਜ ਪ੍ਰਤਾਪ ਵੀ ਬਹੁਤਾ ਹੈ। ਇਹ ਸਾਰਾ ਜਾਣ ਕਰਕੇ ਬਹੁਤ ਹੀ ਵਡਿਆਈ ਕੀਤੀ ਨਾਵੇਂ ਪਾਤਸ਼ਾਹ ਦੀ। ਜਗ ਤਾਰਨ ਕਾਰਨ ਆਏ। ਦਵਾਰਕਾ ਦਾਸ ਜੀ ਕਹਿਣ ਲੱਗੇ ਵੀ ਹੇ ਮਹਾਰਾਜ, ਤੁਸੀਂ ਤਾਂ ਜਗਤ ਦੇ ਤਾਰਨ ਦੇ ਵਾਸਤੇ ਹੀ ਆਏ ਹੋ ਸੰਸਾਰ ਵਿੱਚ, ਛਪ ਕੇ ਬੈਠਨ ਕਿਵੇਂ ਪਾਏ। ਪਰ ਤੁਹਾਨੂੰ ਮਹਾਰਾਜ ਇਹ ਛੁਪ ਕੇ ਭੋਰੇ ਵਿੱਚ ਹੀ ਚੌਂਕੜਾ ਮਾਰ ਕੇ ਆਪਣੇ ਆਪ ਨੂੰ ਗੁਪਤ ਰੱਖਣਾ ਕਿਵੇਂ ਚੰਗਾ ਲੱਗਦਾ? ਇਹ ਤੁਹਾਨੂੰ ਕਿਉਂ ਭਾ ਰਿਹਾ ਹੈ? ਤੁਸੀਂ ਤਾਂ ਆਏ ਕਲਿਆਣ ਵਾਸਤੇ, ਉਹ ਗੁਪਤ ਹੋ ਕੇ ਕਿਉਂ ਬੈਠੇ ਹੋ? ਮੈਂ ਸਿੰਘਾਸਨ ਸਜੋ ਬਿਸਾਰ। ਮਹਾਰਾਜ ਹੁਣ ਆ ਸਿੰਘਾਸਣ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤਖਤ ਹੈ, ਉਹ ਵੱਡੇ ਸਿੰਘਾਸਣ ਤੇ ਸਜ ਜਾਵੋ। ਜੋ ਦਰਸ ਜਗ ਕਰੋ ਆ ਨਿਆਲ। ਦਰਸ਼ਨ ਦੇ ਕੇ ਜਗਤ ਦੇ ਜੀਵਾਂ ਨੂੰ ਨਿਹਾਲ ਪ੍ਰਸੰਨ ਕਰੋ। ਇਤਿਆਦਿਕ ਕਹਿ ਬਿਨਾ ਬਡੇਰੀ। ਬਹੁਤ ਬੇਨਤੀ ਦੇ ਵੱਡੇ ਬਚਨ ਕਹਿ ਕੇ ਤੇ ਆਦਿਕ ਸਤਿਗੁਰਾਂ ਦੇ ਅੱਗੇ ਹੁਕਮ ਤਿਲਕ ਕਰਿਓ ਤਿਸ ਬੇਰੀ। ਉਸ ਵੇਲੇ ਭਾਈ ਦਵਾਰਕਾ ਦਾਸ ਗੜੀਏ ਨੇ ਜੋ ਕੇਸਰ ਦਾ ਚਿੱਕਾ ਸੀ ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਮਸਤਕ ਤੇ ਲਾ ਦਿੱਤਾ। ਪੂਜਾ ਭੇਟ ਨਾਲੀਅਰ ਧਰਿਓ। ਤੇ ਪੂਜਾ ਦੀ ਭੇਟਾ ਵਜੋਂ ਨਾਰੀਅਲ ਸ਼੍ਰੀਫਲ ਮਹਾਰਾਜ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ। ਤੇ ਇਹ ਗਿਆਨੀ ਗਿਆਨ ਸਿੰਘ ਜੀ ਨੇ ਇਹਨੂੰ ਖੋਲ ਕੇ ਹੋਰ ਲਿਖਿਆ ਹੈ ਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਜਾਣ ਲੱਗੇ ਸਨ ਤੇ ਜਿਵੇਂ ਪਿੱਛੇ ਸਾਖੀ ਆਈ ਹੈ ਵੀ ਉਹਨਾਂ ਨੇ ਆਪਣੇ ਹੱਥ ਵਿੱਚ ਥਾਲ ਲੈ ਕੇ 3 ਰੰਗ ਘੁਮਾਇਆ, ਅੰਤਰ ਧਿਆਨ ਹੋ ਕੇ ਪਰਕੰਮਿਆ ਕੀਤੀ। ਉਹਦੇ ਵਿੱਚ 5 ਪੈਸੇ ਲਲੇਰ ਸ਼੍ਰੀਫਲ ਤੇ ਕੇਸਰ ਆਦਿਕ ਰੱਖਿਆ ਸੀ। ਤੇ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੀ ਬੰਸ਼ ਦੇ ਵਿੱਚੋਂ ਸਨ, ਉਹ ਵੀ ਉਸ ਵੇਲੇ ਮਹਾਰਾਜ ਦੇ ਕੋਲ ਉੱਥੇ ਹਾਜ਼ਰ ਸਨ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹ ਮੱਥਾ ਟੇਕ ਕੇ ਤੇ ਸਾਰੀ ਮਰਿਆਦਾ ਕਰਕੇ ਭਾਈ ਗੁਰਦਿੱਤੇ ਨੂੰ ਨੇੜੇ ਕਰਕੇ ਤੇ ਉਹਨਾਂ ਦੀ ਝੋਲੀ ਵਿੱਚ ਪਾ ਕੇ ਕਹਿਣ ਲੱਗੇ ਵੀ ਇਹ ਤੁਸੀਂ ਬਕਾਲੇ ਨਗਰ ਚਲੇ ਜਾਓ
ਤੇ ਇਹ ਜਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਸਾਡੇ ਵੱਲੋਂ ਭੇਟਾ ਕਰਦੇ ਹੋ। ਤੇ ਉਹ ਦਵਾਰਕਾ ਦਾਸ ਫਿਰ ਮਹਾਰਾਜ ਦਾ ਹੁਕਮ ਮੰਨ ਕੇ ਮੰਜ਼ਲਾਂ ਤੈਅ ਕਰਕੇ ਇੱਥੇ ਆਇਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਵੀ ਹੈ। ਭਾਈ ਵਾਹਿਗੁਰੂ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਮੇਲ ਮਿਲਾਪ ਵੀ ਹੋਇਆ। ਮੇਲ ਕਰਕੇ ਤੇ ਸਤਿਗੁਰਾਂ ਨੂੰ ਸਾਰੀ ਵਾਰਤਾ ਦੱਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਦਾ ਸਤਿਕਾਰ ਕਰਦਿਆਂ ਮਹਾਰਾਜ ਨੇ ਵੀ ਅੱਗੀ ਝੋਲੀ ਅੱਡ ਕੇ ਕਿਹਾ ਸੀ ਵੀ ਆ ਸਾਰੀਆਂ ਵਸਤੂਆਂ ਇਹਦੇ ਵਿੱਚ ਅਰਪਣ ਕਰਦੇ। ਹਾਲਾਂ ਤਿਲਕ ਨਾ ਲਾ, ਹਾਲਾਂ ਸਾਨੂੰ ਪ੍ਰਗਟ ਨਾ ਗੁਰਸਿੱਖਾ ਕਰੀ, ਅਸੀਂ ਇਸੇ ਆਨੰਦ ਵਿੱਚ ਗੁਪਤ ਹੀ ਰਹਿਣਾ ਚਾਹੁੰਦੇ ਹਾਂ। ਤੇ ਸਿੱਖ ਕੀ ਹੋਇਆ ਜਿਹੜਾ ਗੁਰੂ ਦਾ ਹੁਕਮ ਹੀ ਨਾ ਮੰਨੇ। ਜਦੋਂ ਮਹਾਰਾਜ ਨੇ ਕਿਹਾ ਵੀ ਸਾਨੂੰ ਪ੍ਰਗਟ ਨਾ ਕਰੀ, ਹਜੇ ਗੁਪਤ ਹੀ ਰਹਿਣ ਦੇ, ਉਹ ਸਤਿਗੁਰਾਂ ਨੇ ਗੁਰਿਆਈ ਦੀਆਂ ਨਿਸ਼ਾਨੀਆਂ ਜਿਹੜੀਆਂ ਸਨ ਸਤਿਕਾਰ ਵਜੋਂ ਖੜੇ ਹੋ ਕੇ ਨਾਵੇਂ ਪਾਤਸ਼ਾਹ ਨੇ ਆਪਣੇ ਕੋਲ ਰੱਖ ਤਾਂ ਲਈਆਂ ਸਨ ਪਰ ਗੁਪਤ ਹੀ ਰਹੇ ਨੇ। ਫਿਰ ਉਸੇ ਮਰਿਆਦਾ ਨੂੰ ਹੁਣ ਪਰਪੱਕ ਕਰਨ ਦੇ ਲਈ ਜਿਵੇਂ ਤਿਲਕ ਲਾ ਕੇ ਫਿਰ ਹੋਰ ਮਹਾਰਾਜ ਸਾਹਿਬ ਜੀ ਦੀ ਜੋ ਮਰਿਆਦਾ ਉਹਨੂੰ ਪ੍ਰਗਟ ਪ੍ਰਤੱਖ ਕਰਨ ਦੇ ਲਈ ਇਹ ਹੁਣ ਦਵਾਰਕਾ ਦਾਸ ਜੀ ਨੇ ਭਾਈ ਗੜੀਏ ਨੇ ਵੀ ਮਾਤਾ ਜੀ ਦੇ ਕਹਿਣ ਤੇ ਉਹ ਮਰਿਆਦਾ ਫੇਰ ਕੀਤੀ ਹੈ। ਸਤਿਗੁਰੂ ਸਾਹਿਬ ਦੇ ਮੱਥੇ ਤੇ ਤਿਲਕ ਵੀ ਲਾਤਾ, ਉਹ ਸ਼੍ਰੀਫਲ ਵੀ ਅੱਗੇ ਰੱਖ ਦਿੱਤਾ। 5 ਪੈਸੇ ਭੇਟਾ ਦੇ ਪਹਿਲਾਂ ਹੀ ਭਾਈ ਗੁਰਦਿੱਤਾ ਮਹਾਰਾਜ ਨੂੰ ਦੇ ਹੀ ਗਿਆ ਸੀ। ਤੇ ਇਹ ਜਦੋਂ ਭੇਟਾ ਰੱਖੀ ਤਾਂ ਸਤਿਗੁਰੂ ਸਾਹਿਬ ਦੀ ਬੰਸ ਹੋਣ ਜਾਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੁਝ ਨਾ ਬੋਲੇ ਅੱਗੋਂ। ਹੁਣ ਸਤਿਗੁਰ ਕੁਛ ਨਹੀਂ ਉਚਰਿਓ, ਮਹਾਰਾਜ ਸਾਹਿਬ ਨੇ ਕੁਝ ਬਚਨ ਨਹੀਂ ਉਚਾਰਨ ਕੀਤਾ। ਐਸੀ ਬਿਦੇਰੀ ਤੇ ਇਸ ਤਰ੍ਹਾਂ ਫਿਰ ਪਹਿਲਾਂ ਬਚਨ ਬਲਾਸ ਹੋਏ ਪਰ ਜਦੋਂ ਇਹ ਮੱਥਾ ਟੇਕਿਆ ਫਿਰ ਮਹਾਰਾਜ ਗੁਪਤ ਹੋ ਗਏ। ਕੁਝ ਕੁ ਸਿੱਖ ਜਿਹੜੇ ਭਾਈ ਦਵਾਰਕਾ ਦਾਸ ਗੜੀਏ ਜੀ ਦੇ ਨਾਲ ਆਏ ਸੀ, ਕੁਝ ਹੋਰ ਇਹਨਾਂ ਨੂੰ ਵੇਖ ਕੇ ਇਕੱਠੇ ਹੋ ਗਏ ਸਨ ਭੋਰਾ ਸਾਹਿਬ ਦੇ ਨੇੜੇ। ਉਹਨਾਂ ਨੇ ਇਹ ਸਾਰੀ ਮਰਿਆਦਾ ਕਰਦਿਆਂ ਵੇਖਿਆ ਜਦੋਂ ਪਰੇ ਚਰਨ ਧਰ ਭੇਟ ਕਨੇਰੀ, ਉਸੇ ਵੇਲੇ ਇਹ ਜਾਣ ਕੇ ਵੀ ਇਹ ਜੇ ਸਤਿਗੁਰਾਂ ਦੀ ਬੰਸ ਵਾਲੇ ਇਹਨਾਂ ਨੂੰ ਮੱਥਾ ਟੇਕ ਰਹੇ ਆ ਇਹੀ ਗੁਰੂ ਹੋਣਗੇ। ਇਹ ਜਾਣ ਕੇ ਜੋ ਬਹੁਤ ਦਸਵੰਧ ਦੀ ਰਕਮ ਲੈ ਕੇ ਆਏ ਸੀ ਉਹ ਨਾਵੇਂ ਪਾਤਸ਼ਾਹ ਦੇ ਅੱਗੇ ਰੱਖ ਕੇ ਮੱਥਾ ਟੇਕਤਾ। ਮਾਤ ਨਾਨਕੀ ਭਈ ਆਨੰਦ, ਇਹ ਸਾਰੀ ਮਰਿਆਦਾ ਹੋਈ ਵੇਖ ਕੇ ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ ਹਨ। ਜਗਦਾ ਕਰ ਦਰਬ ਬਿਲੰਦ, ਜੋ ਜਾਚਕ ਕੁਝ ਮੰਗਤੇ ਉੱਥੇ ਇਕੱਠੇ ਹੋ ਗਏ ਉਹਨਾਂ ਨੂੰ ਵੀ ਧਨ ਬਹੁਤਾ ਵੰਡ ਦਿੱਤਾ। ਵਾਰ ਵਾਰ ਜਾਵਤ ਬਲਾਰੇ, ਵਾਰ ਵਾਰ ਮਾਈ ਬਲਹਾਰ ਜਾਂਦੀ ਆਪਣੇ ਪੁੱਤਰ ਤੋਂ। ਸੋਭਾ ਕੋ ਅਦਕ ਨਿਆਏ, ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਦੀ ਸੋਭਾ ਨੂੰ ਅਦਕ ਤੋਂ ਅਦਕ ਹੁੰਦੀ ਵੇਖ ਰਹੀ ਆ। ਪ੍ਰੇਮੀ ਸਿਰ ਸਰਦਾ ਜਨ ਆਈ, ਜਿਹੜੇ ਤੇ ਪ੍ਰੇਮੀ ਸਿੱਖ ਸਨ ਜਿਨ੍ਹਾਂ ਦੇ ਅੰਦਰ ਬਹੁਤ ਸ਼ਰਧਾ ਭਾਵਨਾ ਸੀ ਆਵਤ ਗੁਰ ਸਰਨਾਈ, ਉਹ ਤਾਂ ਕਈ ਫਿਰ ਭੋਰਾ ਸਾਹਿਬ ਜੀ ਮੱਥਾ ਟੇਕਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਉਣ ਲੱਗ ਪਏ। ਧਨੀ ਮਸੰਦ ਮਾ ਅਭਿਮਾਨੀ, ਪਰ ਜਿਹੜੇ ਧਨੀ ਮਸੰਦ ਸਨ ਬੜੇ ਹੰਕਾਰੇ ਗਏ ਆਫਰੇ ਗਏ ਜੋ ਮਾਇਆ ਦੇ ਲਾਲਚ ਕਰਕੇ। ਮਾਨੀ ਮਹਿਮਾ ਅਗਿਆਨੀ, ਉਹਨਾਂ ਅਗਿਆਨੀਆਂ ਨੇ ਨਹੀਂ ਮਹਿਮਾ ਜਾਣੀ ਗਏ ਹੀ ਗੁਰੂ ਤੇਗ ਬਹਾਦਰ ਸਾਹਿਬ ਹੀ ਨਾਵੇਂ ਪਾਤਸ਼ਾਹ ਨੇ। ਜਾਂਦੇ ਦੇਸ਼ ਵਿਦੇਸ਼ਨ ਸੰਗਤ, ਇਸ ਕਰਕੇ ਜੋ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਸੰਗਤ ਦਰਸ਼ਨ ਕਰਨ ਬਕਾਲੇ ਨਗਰ ਚਾਉਂਦੀ ਸਤਿਗੁਰਾਂ ਦੇ। ਨਹੀਂ ਨਾ ਗੁਰੂ ਪ੍ਰੇਮ ਕੀ ਰੰਗਤ, ਉਹਨਾਂ ਨੂੰ ਪ੍ਰੇਮ ਦੀ ਰੰਗਤ ਨਹੀਂ ਚੜੀ, ਗੁਰੂ ਸਾਹਿਬ ਦਾ ਪ੍ਰੇਮ ਨਹੀਂ ਚੜਿਆ। ਸਗਲ ਮਸੰਦਨ ਦਿਸ਼ਾ ਨਿਹਾਰੇ, ਉਹਦਾ ਕਾਰਨ ਇਹ ਹੈ ਵੀ ਉਹ ਸਾਰੇ ਹੀ ਮਸੰਦਾਂ ਵੱਲ ਵੇਖਦੇ ਨੇ ਵੀ ਇਹ ਮਸੰਦ ਜਿਹੜੇ ਹਨ ਇਹ ਦੱਸਣ ਸਾਨੂੰ ਵੀ ਗੁਰੂ ਸੱਚਾ ਕਿਹੜਾ ਏ। ਇਸ ਦਿਸ਼ ਹੋਏ ਸੁਜਾਸ ਉਚਾਰੇ, ਜਿਹੜੇ ਪਾਸੇ ਸਿੱਖ ਸੋਚਦੇ ਹਨ ਸੰਗਤ ਸੋਚਦੀ ਆ ਵੀ ਇਹ ਸੁਜਾਸ ਕਰਨਗੇ, ਇਹ ਮਸੰਦ ਜਿਹੜੇ ਬਣੇ ਸਾਨੂੰ ਕਹਿਣਗੇ ਅਸੀਂ ਤਾਂ ਉੱਥੇ ਹੀ ਮੱਥਾ ਟੇਕਾਂਗੇ। ਕਰੋ ਬਤਾਮ ਤੇ ਮਨ, ਕਿਉਂਕਿ ਮਸੰਦ ਉਹਨੂੰ ਹੀ ਸਲਾਉਂਦੇ ਹਨ ਜਿਹੜਾ ਗੁਰੂ ਤਖਤ ਤੇ ਬੈਠਾ ਹੋਵੇ। ਅਸੀਂ ਵੀ ਉਹਦੀ ਮੰਨਤਾ ਕਰਾਂਗੇ ਜਿਨ੍ਹਾਂ ਵੱਲ ਮਸੰਦ ਇਸ਼ਾਰਾ ਕਰਨਗੇ। ਅਰਪਣ ਸਰਬ ਪਾਏ ਲਠਾਨ, ਉਹਨਾਂ ਅੱਗੇ ਹੀ ਅਸੀਂ ਸਾਰੀਆਂ ਭੇਟਾਵਾਂ ਅਰਪਣ ਕਰਾਂਗੇ, ਸਭ ਕੁਝ ਅੱਗੇ ਰੱਖ ਦਿਆਂਗੇ। ਰਾਮ ਬਕਾਲੇ ਕੇ ਚੌਂਕੇ, ਇਸ ਤਰ੍ਹਾਂ ਬਾਬੇ ਬਕਾਲੇ ਨਗਰ ਦੇ ਸਾਧ ਸੰਗਤ ਜੀ 4 ਸਫੇਰੇ ਹੀ ਜੈ ਪਰੇ ਸੰਗਤਾਂ ਡੇਰੇ, ਜਿੱਥੇ ਕਿਥੇ ਵੇਖੋ ਦੂਰ ਦੂਰ ਤੀਕਰ ਸੰਗਤਾਂ ਦੇ ਤੰਬੂ ਲੱਗੇ ਹੋਏ ਨੇ, ਸੰਗਤਾਂ ਠਹਿਰੀਆਂ ਹੋਈਆਂ ਹਨ। ਜੋ ਜੋ ਜਿਸ ਜਿਸ ਤੇ ਦੇਸ਼ ਮਸਾਨ, ਜਿਵੇਂ ਕੋਈ ਦੱਖਣ ਤੋਂ ਕੋਈ ਉੱਤਰ ਤੋਂ ਕੋਈ ਪੱਛਮ ਤੋਂ ਜਿਹੜੀ ਜਿਹੜੀ ਦਿਸ਼ਾ ਤੋਂ ਫਿਰ ਜਿਹੜੇ ਨਗਰ ਸ਼ਹਿਰ ਦੇਸ਼ ਤੋਂ
ਕੋਈ ਮਸੰਦ ਹੈ। ਜਿੱਥੇ ਜਿੱਥੇ ਮਹਾਰਾਜ ਨੇ ਮਸੰਦਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਸਨ। ਸੰਗਤ ਤੈਂ ਤੈਂ ਤਿਸੈ ਮਿਲਿੰਦ, ਫਿਰ ਪੜੋ। ਸੰਗਤ ਤੈਂ ਤੈਂ ਤਿਸੈ ਮਿਲੰਦ। ਜਿਹੜੀ ਸਿੱਖ ਸੰਗਤ ਹੈ ਨਾ, ਜਿਹੜੇ ਇਲਾਕੇ ਦਾ ਮਸੰਦ ਹੈ, ਉਸ ਮਸੰਦ ਨੂੰ ਨਾਲ ਲੈ ਕੇ ਸੰਗਤ ਤਹਿ ਤਹਿ ਤਿਸੇ ਮਿਲੰਦ, ਉਸ ਮਸੰਦ ਨੂੰ ਮਿਲਦੀ ਹੈ। ਕਹਿੰਦੇ ਨੇ ਵੀ ਤੁਸੀਂ ਦੱਸੋ ਵੀ ਗੁਰੂ ਕਿਹੜਾ ਹੈ। ਸਾਡੇ ਇਲਾਕੇ ਤੁਸੀਂ ਰਹਿੰਦੇ ਹੋ, ਤੁਹਾਡੇ ਕਹੇ ਮੁਤਾਬਕ ਅਸੀਂ ਮੰਨਾਂਗੇ। ਗੁਰੂ ਨਮਿਤ ਸਮਾਈ। ਇਸ ਤਰ੍ਹਾਂ ਸਾਧ ਸੰਗਤ ਗੁਰੂ ਦੇ ਲਈ ਸੋਢੀਆਂ ਦੇ ਵਿੱਚੋਂ ਪ੍ਰੀਖਿਆ ਕਰਦੇ ਫਿਰਦੇ ਨੇ, ਮਸੰਦਾਂ ਦੇ ਪਿੱਛੇ ਲੱਗ ਕੇ ਸੰਗਤ ਦੇ ਲੋਕ। ਮਦ ਭੁੱਲੇ ਭਟਕਾਂ ਖਾਈ। ਆ ਭਰਮ ਵਿੱਚ ਭੁੱਲੇ ਹੋਏ ਬਸ ਭਟਕਾਂ ਖਾਹੀ, ਧੱਕੇ ਖਾ ਰਹੇ ਨੇ। ਸਾਰੇ ਪਖੰਡੀ ਹੀ ਹਨ, ਜਿੱਥੇ ਜਾਂਦੇ ਨੇ ਕੋਈ ਸੁੱਖ ਨਹੀਂ ਮਿਲਦਾ। ਇਹ ਤਕ ਦਿਵਸ ਦਵਾਰਕਾ ਦਾਸ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਈ ਦਿਨ ਬਾਬਾ ਦਵਾਰਕਾ ਦਾਸ ਜੀ ਰਹੇ। ਸ੍ਰੀ ਸਤਿਗੁਰ ਪਾਸ। ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੀ ਨਿਵਾਸ ਰੱਖਿਆ। ਤਿਸ ਕੇ ਸਾਥ। ਗੁਰੂ ਤੇਗ ਬਹਾਦਰ ਸਾਹਿਬ ਗੁਪਤੀ ਰਹਿੰਦੇ ਨੇ, ਭੋਰੇ 'ਚ ਬੰਦਗੀ ਕਰਦੇ ਨੇ। ਕਦੀ ਕਦੀ ਮਹਾਰਾਜ ਦਵਾਰਕਾ ਦਾਸ ਨਾਲ ਬਚਨ ਕਰਦੇ ਹਨ। ਸਾਰ ਸਾਰ ਸੁਣਾਵੇ ਨਾਥ। ਤੇ ਜਦੋਂ ਕੋਈ ਬਚਨ ਕਰਦੇ ਨੇ, ਉਦੋਂ ਵੀ ਸਾਰ ਕੀ ਹੈ ਤੇ ਅਸਾਰ ਕੀ ਹੈ, ਭਾਵ ਕਿ ਰੱਬ ਦੀਆਂ ਹੀ ਗੱਲਾਂ ਕਰਦੇ ਹਨ। ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮੌਨ ਹੀ ਰਹਿੰਦੇ, ਗੁਪਤ ਹੀ ਰਹਿੰਦੇ, ਕੋਈ ਬਚਨ ਹੀ ਨਹੀਂ ਕਰਦੇ, ਬੰਦਗੀ 'ਚ ਜੋ ਲੀਨ ਹਨ। ਪ੍ਰੇਮ ਵਿਰਾਗ ਕਥੈ ਜਦ ਕਦਾ। ਹਾਂ, ਜਦੋਂ ਕਿਤੇ ਪ੍ਰੇਮ ਵਿਰਾਗ ਦੇ ਨਾਲ ਜਦ ਕਦੇ ਕਦੇ ਮਹਾਰਾਜ ਦੀ ਖੁਸ਼ੀ ਹੋਵੇ ਤਾਂ ਬਚਨ ਕਰ ਲੈਂਦੇ ਹਨ। ਬ੍ਰਹਮ ਗਿਆਨ ਕੇ ਤਰਨ ਸੁਆਏ। ਗੁਰੂ ਤੇਗ ਬਹਾਦਰ ਸਾਹਿਬ ਤਾਂ ਐਵੇਂ ਹੀ ਹੈ, ਜਿਵੇਂ ਸੂਰਜ ਚੜਿਆ ਹੁੰਦਾ ਨਾ, ਐਵੇਂ ਮਹਾਰਾਜ ਬ੍ਰਹਮ ਗਿਆਨ ਦੇ ਸੂਰਜ ਹੀ ਹਨ। ਭਗਤ ਕਿਰਨ ਜਿਸ ਪਰ ਪਰ ਜਾਏ। ਤੇ ਜਿਵੇਂ ਸੂਰਜ ਦੀਆਂ ਕਿਰਨਾਂ ਜਿੱਥੇ ਪੈਂਦੀਆਂ ਚਾਨਣ ਹੋ ਜਾਂਦਾ, ਐਵੇਂ ਮਹਾਰਾਜ ਸਾਹਿਬ ਬ੍ਰਹਮ ਗਿਆਨ ਦੇ ਸੂਰਜ ਨੇ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਭਗਤੀ ਦੀਆਂ ਕਿਰਨਾਂ ਜਿਹੜੇ ਸਿੱਖ ਤੇ ਪੈ ਜਾਣ, ਭਰਮ ਤਿਮਰ ਕੋ ਤੁਰਤ ਬਿਨਾਸੈ। ਉਸ ਦਾ ਜੋ ਭਰਮ ਰੂਪੀ ਹਨੇਰਾ ਹੈ, ਝਾਟੀ ਮਹਾਰਾਜ ਜੀ ਨਾਸ਼ ਕਰ ਦਿੰਦੇ ਹਨ। ਪ੍ਰੇਮ ਸੁਰਦੈ ਪ੍ਰਕਾਸ਼। ਤੇ ਪਰਮੇਸ਼ਰ ਦਾ ਪ੍ਰੇਮ ਉਹਦੇ ਹਿਰਦੇ 'ਚ ਪ੍ਰਗਟ ਹੋ ਆਉਂਦਾ, ਜਿਹਦੇ ਸਿੱਖ ਦੇ ਉੱਤੇ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ। ਬ੍ਰਿੰਦ ਕੋ ਲੈ ਕੇ। ਸੋ ਇਸ ਤਰ੍ਹਾਂ ਸਾਧ ਸੰਗਤ ਫਿਰ ਦਵਾਰਕਾ ਦਾਸ ਜੀ ਆਪਣੇ ਵਾਪਸ ਜਾਣ ਨੂੰ ਤਿਆਰ ਹੋਏ। ਤੇ ਜਿੰਨੀ ਕੋਈ ਮਾਇਆ ਕੁਝ ਸਿੱਖਾਂ ਨੇ ਚੜਾਈ ਸੀ, ਉਹ ਸਾਰੀ ਹੀ ਇਕੱਠੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਵਾਰਕਾ ਦਾਸ ਆ ਸਾਰੀ ਹੀ ਉਹ ਮਾਇਆ ਜੋ ਹੈ ਮਹਾਰਾਜ ਨੇ ਜੋ ਕੁਝ ਭੇਟਾ ਵਜੋਂ ਆਈ ਸੀ, ਉਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਦਵਾਰਕਾ ਦਾਸ ਨੂੰ ਅਰਪਣ ਕਰ ਦਿੱਤੀ। ਭਾਈ ਗੜੀਏ ਦੇ ਅਰਦਾਸ ਕਰਨ ਤੋਂ ਬਾਅਦ ਜਿਹੜਾ ਤਿਲਕ ਦੇਣ ਤੋਂ ਗੁਰੂ ਸਾਹਿਬ ਤੇ ਮਾਤਾ ਜੀ ਨੇ ਮੰਨਿਆ ਸੀ ਅਰਦਾਸ ਭੇਟਾ ਸੰਗਤ ਲਈ, ਉਹ ਮਹਾਰਾਜ ਨੇ ਦਵਾਰਕਾ ਦਾਸ ਤੇ ਗੜੀਏ ਨੂੰ ਅਰਪਣ ਕਰ ਦਿੱਤੀ। ਸਾਦਰ ਵਿਦਾ ਕਰਿਓ ਘਰ ਗਇਓ। ਤੇ ਬਹੁਤ ਸਤਿਕਾਰ ਦੇ ਨਾਲ ਸਾਦਰ ਵਿਦਾ ਕਰਿਓ, ਘਰ ਗਇਓ। ਤੇ ਦਵਾਰਕਾ ਦਾਸ ਜੀ ਵਾਪਸ ਗੋਂਦਵਾਲ ਸਾਹਿਬ ਚਲੇ ਗਏ। ਗੜੀਆ ਗੁਰ ਟਿਕ ਰਹਿ ਤੋ ਭਇਓ। ਪਰ ਭਾਈ ਗੜੀਆ ਇੱਥੇ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਹੀ ਰਹਿ ਗਏ। ਸ੍ਰੀ ਤੇਗ ਬਹਾਦਰ ਦਿਆਲ। ਫਿਰ ਇਸ ਤੋਂ ਬਾਅਦ ਜੋ ਦਿਆਲੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਿੰਨਾ ਹੀ ਸਮਾਂ ਫਿਰ ਗੁਪਤੀ ਉਸੇ ਤਰ੍ਹਾਂ ਹੀ ਬਤੀਤ ਕੀਤਾ। ਭਾਵੇਂ ਦਵਾਰਕਾ ਦਾਸ ਜੀ ਆਏ, ਉਹ ਤਿਲਕ ਲਾ ਗਏ, ਫਿਰ ਉਹ ਪਰਪਕਤਾ ਕਰ ਗਏ ਗੁਰਿਆਈ ਦੀ, ਪਰ ਨਾਵੇਂ ਪਾਤਸ਼ਾਹ ਫਿਰ ਉਵੇਂ ਭੋਰੇ ਜੀ ਬੰਦਗੀ ਕਰੀ ਜਾ ਰਹੇ ਤੇ ਇਦਾਂ ਹੀ ਸਮਾਂ ਲੰਘਾਈ ਜਾਂਦੇ ਨੇ। ਦੋਹਰਾ ਗੁਰਤਾ ਮੈਂ ਰੋਰਾ ਪਰਿਓ। ਇਸ ਤਰ੍ਹਾਂ ਸਾਧ ਸੰਗਤ ਜੋ ਬਾਬਾ ਬਕਾਲਾ ਸਾਹਿਬ ਵਿਖੇ ਸੋਢੀਆਂ ਦੇ ਕਾਰਨ ਗੁਰਤਾ ਗੱਦੀ ਦਾ ਰੌਲਾ ਪਿਆ ਏ। ਨਹੀਂ ਠਹਿਰਾਏ ਪਰਖਿਓ ਠੀਕ ਨਹੀਂ ਠਹਿਰਾਏ। ਰੌਲਾ ਪਿਆ, ਪਰਖਿਆ, ਜਾਣਿਆ ਵੀ ਇਹ ਗੱਲ ਠੀਕ ਨਹੀਂ ਹੈ। ਸੰਗਤ ਜਾਣ ਰਹੀ ਹੈ ਕਿ ਨਿਰਣਾ ਨਹੀਂ ਹੋ ਰਿਹਾ ਕੋਈ ਵੀ ਅਸਲ ਵਿੱਚ ਸੱਚਾ ਗੁਰੂ ਕੌਣ ਹੈ। ਸਗਲ ਸਿੱਖ ਸੰਗਤ ਹਿਰਦੈ। ਜਿੰਨੀਆਂ ਵੀ ਸਿੱਖ ਸੰਗਤਾਂ ਨੇ ਉਹ ਭਾਵੇਂ ਮਸੰਦਾਂ ਦੇ ਕਹੇ ਸੋਢੀਆਂ ਨੂੰ ਮੱਥੇ ਟੇਕੀ ਤਾਂ ਜਾਂਦੇ ਹਨ, ਪਰ ਉਹਨਾਂ ਦੇ ਹਿਰਦੇ ਦੀ ਚਾਹ ਨਾ ਹੈ। ਸਹਿਤ ਗੁਰੂ ਬਿਦਤਾਏ। ਵੀ ਜੋ ਸੱਚਾ ਗੁਰੂ ਹੈ ਵੀ ਉਹ ਜ਼ਰੂਰ ਪ੍ਰਗਟ ਹੋਵੇ, ਕਿਉਂਕਿ ਮਸੰਦਾਂ ਦੇ ਕਾਰਨ ਬਾਕੀ ਗੁਰੂ ਤੇਗ ਬਹਾਦਰ ਸਾਹਿਬ ਆਪ ਵੀ ਹਾਲਾਂ ਗੁਪਤੀ ਰਹਿਣਾ ਚਾਹੁੰਦੇ ਨੇ ਨਾ, ਨਹੀਂ ਤੇ ਮਹਾਰਾਜ ਨੂੰ ਪ੍ਰਗਟ ਹੋਣ ਤੋਂ ਵੀ ਕੀ ਕੋਈ ਰੋਕ ਸਕਦਾ ਸੀ। ਇਹ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਹੀ ਗੁਪਤ ਨੇ, ਤਾਂ ਕਰਕੇ
ਕੁਝ ਸਿੱਖਾਂ ਨੇ ਵੇਖਿਆ ਵੀ ਹੈ ਤੇ ਤਾਂ ਵੀ ਬਹੁਤੀ ਸੰਗਤ ਹਾਲਾਂ ਇੱਧਰ ਨੂੰ ਖਿੱਚੀ ਆ ਨਹੀਂ ਰਹੀ। ਪਰ ਚਾਹਨਾ ਸਾਰੀ ਸੰਗਤ ਦੇ ਮਨ ਵਿੱਚ ਹੈ ਵੀ ਸੱਚਾ ਗੁਰੂ ਪ੍ਰਗਟ ਹੋਵੇ। ਇਹ ਪਖੰਡੀ ਨੇ ਜ਼ਿਆਦੇ ਤੋਂ ਜ਼ਿਆਦੇ ਜਾਪਦੇ, ਕਿਉਂਕਿ ਕਿਤੇ ਸੁੱਖ ਸ਼ਾਂਤੀ ਤਾਂ ਆ ਨਹੀਂ ਰਹੀ। ਪੈਸੇ ਦੇ ਹੀ ਪੁੱਤਰ ਹਨ, ਮਾਇਆ ਹੀ ਚਾਹੁੰਦੇ ਨੇ। ਚੌਪਈ ਮੱਖਣ ਸਾਉ ਏਕ ਸਿੱਖ ਭਾਰਾ। ਉਹ ਹੁਣ ਸਿੱਖ ਸੰਗਤਾਂ ਜੋ ਅਰਦਾਸਾਂ ਕਰਦੀਆਂ ਨੇ, ਫਿਰ ਉਹ ਜੋ ਸਮਾਂ ਨੇੜੇ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਹੋਣ ਦਾ, ਤੇ ਭਾਈ ਮੱਖਣ ਸ਼ਾਹ ਲਬਾਣਾ ਜੋ ਇੱਕ ਬਹੁਤ ਭਾਰੀ ਸਿੱਖ ਸੀ, ਗੁਰੂ ਘਰ ਦਾ ਪ੍ਰੇਮੀ ਸੀ, ਜਿਹਦੀ ਬੰਸ ਦੇ ਵੱਡੇ ਵਡੇਰੇ ਪਹਿਲਾਂ ਵੀ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਨਾਲ ਜੁੜੇ ਹੋਏ ਹਨ। ਗੁਰਸਿੱਖੀ ਕੋ ਮਹਿਤ ਆਧਾਰ। ਜੋ ਗੁਰਸਿੱਖੀ ਦੇ ਵਿੱਚ ਬਹੁਤ ਹੀ ਵੱਡਾ ਆਪਣੇ ਆਪ ਨੂੰ ਮੰਨਦੇ ਨੇ ਤੇ ਗੁਰਸਿੱਖੀ ਦਾ ਹੀ ਵੱਡਾ ਆਸਰਾ ਹੈ। ਸਾਧ ਸੰਗਤ ਜੀ, ਜੋ ਭਾਈ ਮੱਖਣ ਸ਼ਾਹ ਜੀ ਹਨ, ਗਿਆਨੀ ਗਿਆਨ ਸਿੰਘ ਜੀ ਨੇ ਇਹਨਾਂ ਦੇ ਬਾਬਤ ਲਿਖਿਆ ਹੈ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਵੀ ਮੱਖਣ ਸ਼ਾਹ ਲਬਾਣਾ ਜ਼ਿਲ੍ਹੇ ਜੇਹਲਮ ਦੇ ਵਿੱਚ ਟਾਂਡੇ ਪਿੰਡ ਦੇ ਵਣਜਾਰੇ ਸਿੱਖ ਸੀ, ਤੇ 10,000 ਬਲਦ ਤੇ ਕਈ ਵੱਡੇ ਵੱਡੇ ਬੇੜੇ ਜਹਾਜ਼ ਇਹਨਾਂ ਦੇ ਵਪਾਰ ਵਾਸਤੇ ਚੱਲਦੇ ਸਨ। ਤੇ ਉਹਨਾਂ ਲਿਖਿਆ ਵੀ ਹੁਣ ਵੀ ਉਹਨਾਂ ਦੀ ਸੰਤਾਨ ਜਿਹੜੀ ਹੈ ਉਹ 4 ਪਿੰਡ ਨੇ, ਕੁੰਦਨਪੁਰ, ਰਾਜੇਵਾਲਾ ਆਦਿ ਸਿਆਲਕੋਟ ਦੇ ਨੇੜੇ ਆਏ। ਹੁਣ ਜੋ ਪਾਕਿਸਤਾਨ ਵਿੱਚ ਹੈ ਉੱਥੇ ਵਸਦੇ ਨੇ, ਉਹ ਵੀ ਤਨੋਂ ਮਨੋਂ ਗੁਰੂ ਦੇ ਸਦਕੀ ਸਿੱਖ ਨੇ। ਤੇ ਇਹਨਾਂ ਨੇ ਤਾਂ ਇਦਾਂ ਲਿਖਿਆ ਵੀ ਜੇਹਲਮ ਲਾਗੇ ਪਿੰਡ ਸੀ ਇਹਨਾਂ ਦਾ, ਪਰ ਜਿਹੜੇ ਲੁਬਾਣਿਆਂ ਵਿੱਚੋਂ ਕੋਈ ਲੇਖਕ ਹੋਏ ਹਨ ਉਹਨਾਂ ਖੋਜ ਕੀਤੀ ਹੈ। ਉਹਨਾਂ ਇਦਾਂ ਨਿਰਣਾ ਕੀਤਾ ਵੀ ਭਾਈ ਮੱਖਣ ਸ਼ਾਹ ਲਬਾਣਾ ਜੀ ਦਾ ਜਿਹੜਾ ਨਗਰ ਹੈ ਨਾ, ਜਨਮ ਅਸਥਾਨ, ਜਿਹੜਾ ਹੁਣ ਦਾ ਆਂਧਰਾ ਪ੍ਰਦੇਸ਼ ਹੈ, ਜਿਹਨੂੰ ਪਹਿਲਾਂ ਵਿਜੇ ਨਗਰ ਕਹਿੰਦੇ ਸਨ, ਵਿਜੇ ਨਗਰ ਰਿਆਸਤ, ਮਦਰਾਸ ਆਦਿਕ, ਜਿਹੜਾ ਇਹ ਸਮੁੰਦਰੀ ਇਲਾਕੇ ਦੇ, ਕਿਉਂਕਿ ਉੱਥੇ ਬੰਦਰਗਾਹਾਂ, ਉੱਥੋਂ ਹੀ ਬੇੜੇ ਵਿਦੇਸ਼ਾਂ ਨੂੰ ਚੱਲਦੇ ਨੇ, ਹੁਣ ਤੀਕਰ ਵੀ ਚੱਲਦੇ ਹਨ। ਇੱਕ ਦੇਸ਼ ਤੋਂ ਦੂਜੇ ਦੇਸ਼ ਵੱਡੇ ਵੱਡੇ ਬੇੜੇ ਜਾਂਦੇ ਹਨ। ਤੇ ਉਸ ਇਲਾਕੇ ਵਿੱਚ ਮੱਖਣ ਸ਼ਾਹ ਜੀ ਲਬਾਣਾ ਹੋਏ, ਕਿਉਂਕਿ ਜਿਹੜਾ ਉਹ ਇਲਾਕਾ ਹੈ ਇਹ ਸੌਰਾਸ਼ਟਰਾ, ਜਿਵੇਂ ਹੁਣ ਗੁਜਰਾਤ ਵੀ ਹੈ ਤੇ ਆਂਧਰਾ ਪ੍ਰਦੇਸ਼ ਹੈ, ਇੱਧਰ ਬਹੁਤ ਵੱਡੇ ਵੱਡੇ ਜਿਹੜੇ ਵਪਾਰੀ ਲੋਕ ਲੁਬਾਣੇ ਹਨ, ਵਣਜਾਰੇ, ਵਣਜ ਵਪਾਰ ਕਰਦੇ ਨੇ, ਵੱਡੇ ਵੱਡੇ ਧਨੀ ਹਨ। ਤੇ ਬਹੁਤ ਮਾਇਆਧਾਰੀ ਪਰਿਵਾਰ ਹੋਇਆ ਭਾਈ ਮੱਖਣ ਸ਼ਾਹ ਜੀ ਲਬਾਣਾ ਦਾ। ਇਹਨਾਂ ਦਾ ਜਨਮ 23 ਹਾੜ 1676 ਬਿਕਰਮੀ ਨੂੰ 1619 ਈਸਵੀ ਦੇ ਵਿੱਚ ਵਿਜੇ ਨਗਰ ਰਿਆਸਤ, ਜੋ ਹੁਣ ਦਾ ਆਂਧਰਾ ਪ੍ਰਦੇਸ਼ ਸਟੇਟ ਹੈ ਨਾ ਭਾਰਤ ਦਾ, ਉੱਥੇ ਹੋਇਆ ਸੀ। ਪਿਤਾ ਹਰਦੇਵ ਪੇਲੀਏ ਸੀ, ਕਸ਼ਪ ਵੰਸ਼ ਸੀ ਇਹਨਾਂ ਦਾ, ਤੇ ਮਾਤਾ ਵਿਜੇ ਦੇਵੀ, ਫਿਰ ਇਹਨਾਂ ਦੀ ਪਤਨੀ ਦਾ ਨਾਮ ਬੀਬੀ ਸੇਤਲ ਦੇਵੀ। ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਪਰਿਵਾਰ, ਅੱਗੇ ਬੱਚੇ ਵੀ ਸਨ। ਤੇ ਕਹਿਣ ਤੋਂ ਭਾਵ ਕਿ ਭਾਈ ਮੱਖਣ ਸ਼ਾਹ ਲਬਾਣਾ ਵਿਜੇ ਨਗਰ, ਹੁਣ ਦੇ ਆਂਧਰਾ ਪ੍ਰਦੇਸ਼, ਉਸ ਇਲਾਕੇ ਵਿੱਚ ਜਨਮੇ। ਸੰਸਕ੍ਰਿਤ ਦੀ ਵਿਦਿਆ, ਗੁਜਰਾਤੀ, ਲੁਬਾਣਵੀ ਬੋਲੀ, ਫਿਰ ਰਾਜਸਥਾਨੀ, ਮਰਾਠੀ, ਹੋਰ ਕਈ ਵਿਦੇਸ਼ੀ ਭਾਸ਼ਾਵਾਂ ਦਾ ਇਹਨਾਂ ਨੂੰ ਗਿਆਨ ਸੀ, ਕਿਉਂਕਿ ਵਪਾਰੀ ਬਹੁਤ ਵੱਡੇ ਸਨ ਤੇ ਵਪਾਰ ਕਰਨ ਵਾਸਤੇ ਜਾਂਦੇ ਹੁੰਦੇ ਸੀ। ਸੋ ਇਹ ਭਾਈ ਮੱਖਣ ਸ਼ਾਹ ਲਬਾਣਾ ਜੀ ਜਿਹੜੇ ਹਨ, ਉਹਨਾਂ ਦਾ ਪਰਿਵਾਰ ਬਹੁਤ ਵੱਡਾ ਗੁਰਸਿੱਖ ਪਰਿਵਾਰ ਹੋਇਆ। ਆਂਧਰਾ ਪ੍ਰਦੇਸ਼ ਦੇ ਵਿੱਚ 1619 ਈਸਵੀ ਦੇ ਵਿੱਚ ਜਨਮੇ ਹਨ, ਤੇ ਕਈ ਵਾਰਾਂ ਵਿਦੇਸ਼ਾਂ ਦੇ ਵਿੱਚ ਬੇੜੇ ਲੈ ਕੇ ਤਾਂ ਗਏ, ਪਰ ਇਸ ਵਾਰ ਜਦੋਂ 1721 ਬਿਕਰਮੀ ਦੇ ਅੰਦਰ, ਜਦੋਂ ਹਾਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਜੋਤੀ ਜੋਤ ਨਹੀਂ ਸਨ ਸਮਾਏ, ਉਹਦੇ ਨੇੜੇ ਤੇੜੇ ਦਾ ਸਮਾਂ ਸੀ, ਜਦੋਂ ਇਹ ਬਾਹਰ ਵਪਾਰ ਕਰਨ ਵਾਸਤੇ ਤੇ ਬਹੁਤ ਵੱਡਾ ਬੇੜਿਆਂ ਦੀ ਖੇਪ ਲੈ ਕੇ ਗਏ ਸਨ। ਉਹ ਬਚਨ ਇੱਥੇ ਕਵੀ ਜੀ ਨੇ ਕੀਤਾ ਵੀ ਹੁਣ ਨਵੇਂ ਪਾਤਸ਼ਾਹ ਦੇ ਪ੍ਰਗਟ ਹੋਣ ਦਾ ਸਮਾਂ ਆਇਆ, ਤੇ ਉਹਦਾ ਜੋ ਬਹਾਨਾ ਬਣਿਆ ਸਿੱਖ ਨੂੰ ਵਡਿਆਈ ਦੇਣ ਦਾ, ਜੋ ਮੱਖਣ ਸ਼ਾਹ ਲਬਾਣਾ ਇੱਕ ਬਹੁਤ ਭਾਰੀ ਸਿੱਖ ਸੀ ਗੁਰਸਿੱਖੀ ਦਾ, ਜਿਨ੍ਹਾਂ ਨੂੰ ਬਹੁਤ ਵੱਡਾ ਆਸਰਾ ਸੀ। ਕਰ ਸੌਦਾ ਬਹੁ ਚੜਿਓ ਜਹਾਜ। ਤੇ ਕਹਿੰਦੇ ਵੀ ਕਰ ਸੌਦਾ ਬਹੁ ਚੜਿਓ ਜਹਾਜ, ਬਹੁਤਾ ਸੌਦਾ ਲੱਦ ਕੇ, ਤੇ ਇਹ ਉੱਥੋਂ ਵਿਜੇ ਨਗਰ, ਜੋ ਹੁਣ ਆਂਧਰਾ ਪ੍ਰਦੇਸ਼ ਹੈ, ਮਦਰਾਸ, ਉੱਥੋਂ ਹੀ ਉਸ ਬੰਦਰਗਾਹ ਤੋਂ ਵਿਦੇਸ਼ ਨੂੰ ਕਹਿੰਦੇ ਲੈ ਕੇ ਗਿਆ ਹੈ। ਅਨੰਗ ਵਸਤਲੇ ਮਨਜਨ ਕਾਜ। ਵਪਾਰ ਕਰਨ ਦੇ ਕੰਮ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ, ਜਿਵੇਂ ਉਹਦੇ ਵਿੱਚ ਲੂਣ, ਦਾਲ,
ਇਤਿਆਦਿਕ ਤੇਲ, ਇਹ ਵਸਤੂਆਂ ਤਾਂ ਹੈਗੀਆਂ ਹੀ ਨੇ। ਉਸ ਤੋਂ ਬਗੈਰ ਜੋ ਕਸ਼ਮੀਰ ਦਾ ਜਿਹੜਾ ਗਰਮ ਕੱਪੜਾ, ਇਹ ਹੀਰੇ ਜਵਾਹਰਾਤ, ਹੋਰ ਕੀਮਤੀ ਤੋਂ ਕੀਮਤੀ ਵਸਤੂਆਂ, ਇਹਨਾਂ ਸਾਰੀਆਂ ਵਸਤੂਆਂ ਦਾ ਵਿਦੇਸ਼ ਵਿੱਚ ਵਪਾਰ ਕਰਨ ਵਾਸਤੇ ਲੈ ਗਿਆ। ਦੇਸਾਂਤਰ ਮੈਂ ਵੇਚਿਓ ਜਾਏ, ਤੇ ਕਹਿੰਦੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉਹਨਾਂ ਸਾਰਾ ਸੌਦਾ ਵੇਚ ਦਿੱਤਾ। ਕੀ ਵਸਤ ਖਰੀਦ ਕਰਾਏ। ਤੇ ਫਿਰ ਹੁੰਦਾ ਹੈ ਨਾ, ਹਰ ਇਲਾਕੇ ਦੀ ਕੋਈ ਵਸਤੂ ਹੁੰਦੀ ਹੈ ਵੀ ਜਿਹੜੀ ਦੂਜੇ ਦੇਸ਼ 'ਚ ਨਹੀਂ ਮਿਲਦੀ। ਤੇ ਜਿਸ ਥਾਂ ਦੇ ਸੌਦਾ ਵੇਚਿਆ ਸੀ, ਉੱਥੋਂ ਫਿਰ ਜਿਹੜੀਆਂ ਵਸਤੂਆਂ ਮਿਲਦੀਆਂ ਸਨ, ਉਹ ਆਪਣੇ ਵਾਪਸ ਦੇਸ਼ ਵਿੱਚ ਵੇਚਣ ਵਾਸਤੇ ਉੱਥੋਂ ਫਿਰ ਜਹਾਜ਼ ਲੱਦ ਲਿਆ। ਘਰ ਜਹਾਜ਼ ਭਰ ਹਟਿਓ ਮੋਰ, ਤੇ ਕਹਿੰਦੇ ਜਹਾਜ਼ ਭਰ ਕੇ, ਆਪਣਾ ਬੇੜਾ ਭਰ ਕੇ ਭਾਈ ਮੱਖਣ ਸ਼ਾਹ ਲਬਾਣਾ ਫਿਰ ਵਾਪਸ ਆ ਗਿਆ। ਬੀਜ ਸਮੁੰਦਰ ਮਾਂ ਜਾਂ ਜਲ ਕੋ, ਜਿੱਥੇ ਸਮੁੰਦਰ ਦੇ ਵਿੱਚ ਬਹੁਤ ਭਾਰੀ ਡੂੰਘਾ ਤੇ ਛੱਲਾਂ ਮਾਰਦਾ ਜਲ ਹੈ। ਤੇ ਸਾਧ ਸੰਗਤ ਜੀ, ਇਹ ਤਾਂ ਇਦਾਂ ਲਿਖਿਆ ਨਾ ਵੀ ਇੱਥੋਂ ਚਲੇ ਗਏ ਵਪਾਰ ਕਰਨ, ਤੇ ਫਿਰ ਵਪਾਰ ਕਰਕੇ ਆਉਂਦੇ ਆ ਇੱਥੇ, ਹੁਣ ਅੱਗੇ ਆਊਗਾ ਬੇੜਾ ਅੜਨ ਦੀ ਗੱਲ ਆਈ ਹੈ। ਤੇ ਇਸੇ ਤਰ੍ਹਾਂ ਹੋਰ ਫਰਕ ਵੀ ਹੈ ਕਈ ਥਾਵਾਂ ਤੇ, ਉਹ ਅੱਗੇ ਦੱਸਾਂਗੇ। ਰੰਗ ਰੰਗ ਮਿਲੰਦ ਉਛਾਲੇ, ਆ ਸਮੁੰਦਰ ਦੇ ਵਿੱਚ ਬੇੜਾ ਲੈ ਕੇ ਸਮਾਨ ਲੱਦ ਕੇ ਮੱਖਣ ਸ਼ਾਹ ਲਬਾਣਾ ਆ ਰਿਹਾ ਆਪਣੇ ਸਾਥੀਆਂ ਦੇ ਨਾਲ। ਬਹੁਤ ਭਾਰੀ ਇਹਦੇ ਨਾਲ ਅੰਗ ਰੱਖਿਅਕ ਵੀ ਰਹਿੰਦੇ ਨੇ ਹਰ ਸਮੇਂ, ਕਿਉਂਕਿ ਸਮੁੰਦਰੀ ਲੁਟੇਰੇ ਵੀ ਪੈ ਜਾਂਦੇ ਨੇ, ਜਿਸ ਕਰਕੇ ਸ਼ਸਤਰਧਾਰੀ ਲੋਕ ਵੀ ਆਪਣੇ ਨਾਲ ਰੱਖਦਾ ਹੈ। ਤੁੰਗ ਤਰੰਗ ਬਿਲੰਦ ਉਛਾਲੈ, ਉੱਚੀਆਂ ਉੱਚੀਆਂ ਜਿਹੜੀਆਂ ਸਮੁੰਦਰ ਦੀਆਂ ਜਿਹੜੀਆਂ ਤਰੰਗਾਂ ਲਹਿਰਾਂ ਹਨ, ਉਹ ਛਾਲੇ ਮਾਰਦੀਆਂ ਹਨ। ਬੀਜ ਜੀਵ ਕਰੋੜਨ ਜੁਤ ਬਰਣਾਲੇ, ਤੇ ਕਹਿੰਦੇ ਕਰੋੜਾਂ ਹੀ ਜੀ ਜੰਤੂ ਜਿਸ ਸਮੁੰਦਰ ਦੇ ਵਿੱਚ ਸਮਾਏ ਹੋਏ ਨੇ, ਜੀ ਜੰਤੂਆਂ ਦੇ ਨਾਲ ਜੋ ਭਰਿਆ ਹੋਇਆ ਹੈ। ਵੇਗ ਪ੍ਰਪੰਜਨ ਕੋ ਬਹੁ ਪਾਏ, ਤੇ ਵੇਗ ਪ੍ਰਭੰਜਨ ਕੋ ਬਹੁ ਪਾਏ, ਹਵਾ ਦਾ ਜਿਹੜਾ ਵੇਗ ਹੈ, ਹਵਾ ਦੀ ਤੇਜ਼ੀ ਨੂੰ ਪਾ ਕਰਕੇ ਚਲਿਓ ਜਹਾਜ਼ ਉਡਿਓ ਜਨ ਜਾਏ। ਸਮੁੰਦਰ ਵਿੱਚ ਜਹਾਜ਼ ਏਦਾਂ ਚੱਲ ਰਿਹਾ ਹੈ ਜਿਵੇਂ ਮਨ ਉੱਡਦਾ ਹੀ ਜਾ ਰਿਹਾ ਹੋਵੇ, ਕਿਉਂਕਿ ਤੇਜ਼ ਹਵਾ ਵਗ ਰਹੀ ਹੈ ਤੇ ਹਵਾ ਦੇ ਸਹਾਰੇ ਜਹਾਜ਼ ਉੱਡਦਾ ਹੀ ਆ ਰਿਹਾ ਹੈ ਭਾਰਤ ਦੇਸ਼ ਨੂੰ। ਮਨਿਓ ਮਾਰਗ ਖੇਤਕ ਸੋਏ, ਕਹਿੰਦੇ ਜਦੋਂ ਕਿੰਨਾ ਹੀ ਮਾਰਗ ਲੰਘ ਗਏ ਚਲਦਿਆਂ ਚਲਦਿਆਂ, ਪ੍ਰੇਰਕ ਪੋਤ ਪ੍ਰੇਰ ਤੇ ਜੋਏ। ਹਾਂ, ਹਵਾ ਦੇ ਪ੍ਰੇਰਣਾ ਦੇ ਨਾਲ ਜਹਾਜ਼ ਬੇੜਾ ਚੱਲਦਾ ਆ ਰਿਹਾ, ਮੰਜ਼ਿਲ ਤੈਅ ਕਰਦੇ ਜਾ ਰਹੇ ਨੇ। ਤਨੇ ਮੈਂ ਚੱਲ ਪਉਨ ਕੋ ਫੇਰੀ, ਪਰ ਚਲਦਿਆਂ ਚਲਦਿਆਂ ਅਚਾਨਕ ਹੀ ਵਿਚਕਾਏ ਸਮੁੰਦਰ ਦੇ ਕਹਿੰਦੇ ਪੁੱਠੀ ਹਵਾ ਚੱਲ ਪਈ। ਜਿਹੜੇ ਪਾਸੇ ਨੂੰ ਆਉਣਾ ਸੀ ਬਿਲਕੁਲ ਉਸ ਤੋਂ ਉਲਟ ਦੂਜੇ ਪਾਸੇ ਹਵਾ ਵਗਣ ਲੱਗ ਪਈ। ਪ੍ਰਗਤ ਜਹਾਜ਼ ਕੀ ਪ੍ਰੇਰੀ, ਤੇ ਜਿਸ ਹਵਾ ਦੀ ਤੇਜ਼ੀ ਨੇ ਜੋ ਜਹਾਜ਼ ਦੀ ਗਤੀ ਆ ਜਿਹੜੇ ਪਾਸੇ ਨੂੰ ਉਹ ਜਾ ਰਿਹਾ ਸੀ, ਉਸ ਪਾਸਿਓਂ ਬਿਲਕੁਲ ਉਲਟ ਪਾਸੇ ਨੂੰ ਬੇੜੇ ਨੂੰ ਜਹਾਜ਼ ਨੂੰ ਚਲਾ ਦਿੱਤਾ। ਆਪੋ ਨਿਗਟ ਹੋਤੋ ਬਟ ਬਾਰੂ, ਤੇ ਜਦੋਂ ਇਸ ਤਰ੍ਹਾਂ ਪੁੱਠੀ ਹਨੇਰੀ, ਪੁੱਠਾ ਸਾਧ ਸੰਗਤ ਹਵਾ ਦਾ ਹੁਲਾਰਾ ਆਇਆ ਤੇ ਉਹਦੇ ਨੇੜੇ ਹੀ ਇੱਕ ਉਜੜਿਆ ਹੋਇਆ ਟਾਪੂ ਸੀ ਰੇਤੇ ਦਾ, ਜਿੱਥੇ ਕੋਈ ਰਹਿੰਦਾ ਤਾਂ ਨਹੀਂ ਹੈ, ਰੇਤ ਹੀ ਰੇਤ ਦਾ ਢੇਰ ਲੱਗਾ ਹੈ। ਮੈਂ ਮਨੁੱਖ ਦਿਖੈ ਉਜਾਰੂ, ਜਿੱਥੇ ਚਾਰ ਸਫੇਰੇ ਉਜਾੜ ਹੀ ਉਜਾੜ ਦਿਖਦੀ ਹੈ, ਕੋਈ ਵੀ ਮਨੁੱਖ ਉੱਥੇ ਆਪਣਾ ਨਿਵਾਸ ਨਹੀਂ ਕਰਦਾ। ਬਸ ਜਹਾਜ਼ ਪ੍ਰੇਰਕਨ ਭਇਓ, ਜਿਹੜੇ ਜਹਾਜ਼ ਦੇ ਚਾਲਕ ਸਨ, ਜਹਾਜ਼ ਨੂੰ ਚਲਾਉਣ ਵਾਲੇ, ਉਹ ਹਵਾ ਦੇ ਤੇਜ਼ ਪ੍ਰਭਾਵ ਉਲਟੇ ਹੋਣ ਕਰਕੇ ਬੇਵੱਸ ਹੋ ਗਏ। ਉਹਨਾਂ ਪੂਰਾ ਜ਼ੋਰ ਲਾ ਲਿਆ ਵੀ ਬੇੜੇ ਨੂੰ ਅੱਗੇ ਨੂੰ ਤੋਰੀਏ, ਪਰ ਹਵਾ ਦੇ ਪ੍ਰਵਾਹ ਕਰਕੇ, ਹਵਾ ਦੇ ਦਬਾਅ ਕਰਕੇ ਬੇਵੱਸ ਹੋ ਗਏ ਜਿਹੜੇ ਜਹਾਜ਼ ਚਲਾਉਣ ਵਾਲੇ ਮਲਵਾ ਸਨ। ਬਲ ਕਰ ਰਹੇ ਸਤੰਭ ਨ ਗਈ, ਬੜਾ ਉਹਨਾਂ ਬਲ ਕੀਤਾ, ਜ਼ੋਰ ਲਾਇਆ ਵੀ ਜਿੰਨਾ ਚਿਰ ਹਵਾ ਪੁੱਠੀ ਵਗਦੀ ਹੈ, ਚੱਲ ਸਮੁੰਦਰ ਵਿੱਚ ਖਲੋਤੇ ਰਹਿੰਦੇ, ਆਪੇ ਪਤਾ ਇਹਨਾਂ ਨੂੰ ਵੀ ਹਵਾ ਦਾ ਪ੍ਰਵਾਹ ਫੇਰ ਸਿੱਧਾ ਹੋ ਜਾਂਦਾ ਹੈ ਤੇ ਚੱਲ ਪਾਂਗੇ। ਇਹਨਾਂ ਬਲ ਤਾਂ ਲਾ ਰੱਖਿਆ, ਪਰ ਜਹਾਜ਼ ਉੱਥੇ ਇੱਕ ਥਾਂ ਖਲੋਤਾ ਨਾ ਰਿਹਾ ਇਹਨਾਂ ਕੋਲੋਂ। ਅਦਕ ਬੇਗ ਵਾਯੂ ਕੋ ਪਾਏ, ਬਹੁਤਾ ਹੀ ਤੇਜ਼ੀ ਦਾ ਜਦੋਂ ਹਵਾ ਦਾ ਤੇਜ਼ ਪ੍ਰਭਾਵ ਪਾਇਆ, ਸਿਕਤਾ ਤਲ ਵਰਗਾ ਅਟਕਾਏ। ਜਿੱਥੇ ਉਹ ਨੇੜੇ ਟਾਪੂ ਸੀ ਉਜੜਿਆ ਹੋਇਆ, ਕੋਈ ਮਨੁੱਖ ਰਹਿੰਦਾ ਨਹੀਂ, ਰੇਤ ਹੀ ਰੇਤ ਦਾ ਢੇਰ ਲੱਗਾ ਹੈ।
ਤੇ ਜਹਾਜ਼ ਉਹ ਬੇੜਾ ਹਵਾ ਦੇ ਪ੍ਰਵਾਹ ਦੇ ਨਾਲ ਪੁੱਠਾ ਚੱਲਦਾ ਹੋਇਆ ਉਸ ਰੇਤੇ ਦੇ ਉੱਤੇ ਜਾ ਅਟਕਿਆ। ਹੁਣ ਸਾਗਰ ਕੀ ਲਗੈ ਤਰੰਗ। ਤੇ ਫੇਰ ਕਹਿੰਦੇ ਸਮੁੰਦਰ ਦੀਆਂ ਲਹਿਰਾਂ ਉੱਚੀਆਂ ਉੱਚੀਆਂ ਆਉਂਦੀਆਂ ਨੇ ਉਹ ਬੇੜੇ ਨੂੰ ਜਦੋਂ ਲੱਗਦੀਆਂ ਹਨ। ਮੁਸ਼ਕ ਗਇਓ ਛੱਡ ਜੈ ਥਲ ਤੂੰਗ। ਹਵਾ ਦੇ ਨਾਲ ਤਾਂ ਉਸ ਰੇਤੇ ਵਿੱਚ ਅੜ ਗਿਆ ਜਹਾਜ਼ ਭਾਈ ਮੱਖਣ ਸ਼ਾਹ ਲਬਾਣੇ ਦਾ। ਫਿਰ ਤਰੰਗਾਂ ਦੇ ਜਿਹੜੇ ਝੋਕੇ ਜੇ ਵੱਜਦੇ ਹਨ ਉਹ ਝੋਕੇ ਜੇ ਵੱਜਣ ਦੇ ਨਾਲ ਹੋਰ ਉੱਚੇ ਥਾਂ ਤੇ ਹੋ ਗਿਆ। ਮੱਖਣ ਆਸ ਚਰਜ ਮਨ ਮਾਨਾ। ਭਾਈ ਮੱਖਣ ਸ਼ਾਹ ਨੇ ਬੜੀ ਹੈਰਾਨੀ ਮਨ ਵਿੱਚ ਮੰਨੀ ਵੀ ਅਚਾਨਕ ਇਹ ਕੀ ਬਣਿਆ ਵੀ ਸਿੱਧੇ ਜਾ ਰਹੇ ਸਾਂ ਉੱਡਦੇ ਹੀ ਇੱਕਦਮ ਪੁੱਠਾ ਵੇਗ ਚੱਲਿਆ ਤੇ ਆ ਤਾਂ ਵੇਖੋ ਪਾਣੀ ਦੇ ਵਿੱਚੋਂ ਉੱਤੇ ਰੇਤਾ ਦੇ ਵਿੱਚ ਹੀ ਆਣ ਕੇ ਖਲੋ ਗਿਆ ਬੇੜਾ। ਅੰਤਪਰਾਇਣ ਪਏ ਮਾਨਾ। ਬਹੁਤ ਹੀ ਚਿੰਤਾ ਹੋ ਗਈ। ਚਿੰਤਾ ਦੇ ਆਸਰੇ ਚਿੰਤਾ ਦੀ ਨਦੀ 'ਚ ਵਹਿਣ ਲੱਗ ਪਏ। ਮਰਨ ਪਾਏ ਕੀ ਲੰਬਾ ਤੇਰਾ। ਜਿਹੜੇ ਦੇ ਨਾਲ ਹੋਰ ਮਨੁੱਖ ਸਨ ਜਹਾਜ਼ ਨੂੰ ਚਲਾਉਣ ਵਾਲੇ, ਫਿਰ ਹੋਰ ਵੀ ਕਈ ਪਹਿਰੇਦਾਰ ਅੰਗ ਰੱਖਿਅਕ ਬਾਡੀਗਾਰਡ, ਉਹਨਾਂ ਸਾਰਿਆਂ ਰਲ ਕੇ ਬੜਾ ਯਤਨ ਕੀਤਾ। ਬੁੱਧ ਕਰਕੇ ਔਰ ਓਜ ਕਨੇਰਾ। ਆਪਣੀ ਬੁੱਧ ਵੀ ਵਰਤਦੇ ਰਹੇ, ਆਪਣਾ ਬਲ ਵੀ ਸਾਰਾ ਲਾ ਲਾ ਕੇ ਇਹਨਾਂ ਨੇ ਵੇਖ ਲਿਆ। ਸਿਕਤਾ ਟਾਰ ਕਾਸ਼ਟ ਤਲ ਤੇ ਜਿਹੜੀ ਰੇਤਾ ਹੈ ਉਹ ਜੋ ਲੱਕੜਾਂ ਹਨ ਬੇੜੇ ਦੀਆਂ ਉਹਦੇ ਥੱਲਿਓਂ ਰੇਤਾ ਪਰੇ ਹਟਾਉਂਦੇ ਨੇ ਵੀ ਰੇਤਾ ਹਟਾਈਏ ਪਾਣੀ ਉਰੇ ਆਵੇ ਤੇ ਹੋ ਸਕਦਾ ਬੇੜਾ ਪਾਣੀ 'ਚ ਹੀ ਚਲਿਆ ਜਾਵੇ। ਤਉ ਨਾਲਤ ਪਾ ਤਿਸ ਥਲ ਤੇ। ਪਰ ਫੇਰ ਵੀ ਸਾਧ ਸੰਗਤ ਤਉ ਨਾ ਹਾਲਤ ਭਾਤ ਸਥਲ ਤੇ, ਉਸ ਥਾਂ ਤੋਂ ਹਿਲਦਾ ਨਹੀਂ ਪਿਆ ਜਿੱਥੇ ਬੇੜਾ ਅਟਕਿਆ ਏ। ਭਇਓ ਨਿਰਾਸ ਯਤਨ ਕੇ ਕਰਬੇ। ਕਈ ਯਤਨ ਕਰਦੇ ਰਹੇ, ਯਤਨ ਵੀ ਕਈ ਦਿਨ ਕੀਤੇ, ਇੱਕ ਦਿਨ ਨਹੀਂ ਕਈ ਦਿਨ ਕਹਿੰਦੇ ਬੇੜੇ ਅੜੇ ਨੂੰ। ਜਦੋਂ ਏਦਾਂ ਸਮਾਂ ਲੰਘ ਗਿਆ ਭਜੀਏ ਗਿਆਸ ਤਜ ਸਰਬੇ। ਸਾਰੀਆਂ ਫਿਰ ਆਸਾਂ ਛੱਡ ਕਰਕੇ ਤੇ ਇੱਕ ਗੁਰਾਂ ਦੀ ਆਸ, ਕਿਉਂਕਿ ਸਿੱਖ ਸੀ ਨਾ, ਤੇ ਗੁਰਾਂ ਦੀ ਆਸ ਭਾਈ ਮੱਖਣ ਸ਼ਾਹ ਲਬਾਣਾ ਦੇ ਮਨ ਵਿੱਚ ਪੈਦਾ ਹੋਈ ਹੈ। ਤੇ ਹੁਣ ਜਿਵੇਂ ਸਤਿਗੁਰਾਂ ਨੂੰ ਬੇਨਤੀਆਂ ਕਰਨਗੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਤਖਤ ਤੇ ਬਿਰਾਜਮਾਨ ਸਨ, ਭਾਵੇਂ ਭੋਰੇ ਜੀ ਗੁਪਤ ਨੇ, ਤੇ ਜਿਹਦੇ ਹੁਣ ਅੱਗੇ ਅਰਦਾਸ ਹੋਣੀ ਹੈ, ਜਿਵੇਂ ਉਹ ਜਾ ਕੇ ਸਿੱਖ ਦੀ ਸਹਾਇਤਾ ਕਰਨਗੇ, ਇਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਜਿਵੇਂ ਹੋਰ ਥਾਂ ਐਵੇਂ ਵੀ ਲਿਖਿਆ ਏ ਵੀ ਬੇੜਾ ਆਉਂਦਿਆਂ ਨਹੀਂ ਜਾਂਦਿਆਂ ਕਹਿੰਦੇ ਅਟਕ ਗਿਆ ਸੀ। ਇੱਥੋਂ ਵਿਜੇ ਨਗਰ ਤੋਂ ਬੇੜਾ ਲੈ ਕੇ ਸਮੁੰਦਰੀ ਬਹੁਤ ਸਮਾਨ ਲੱਦ ਕੇ ਤੇ ਜੋ ਪੁਰਤਗੇਜ ਦੇਸ਼ ਹੈ, ਜਿਹਨੂੰ ਪੁਰਤਗਾਲ ਕਹਿੰਦੇ ਨੇ, ਪੁਰਤਗਾਲ ਨੂੰ ਬਾਬਾ ਭਾਈ ਮੱਖਣ ਸ਼ਾਹ ਲਬਾਣਾ ਜਾ ਰਹੇ ਸਨ। ਹਿੰਦ ਮਹਾਸਾਗਰ ਦੇ ਵਿੱਚ ਤਾਂ ਬੇੜਾ ਚੰਗੀ ਤਰ੍ਹਾਂ ਚੱਲਦਾ ਗਿਆ। ਜਦੋਂ ਹਿੰਦ ਮਹਾਸਾਗਰ ਲੰਘ ਕੇ ਤੇ ਅਰਬ ਸਾਗਰ ਵਿੱਚ ਪਹੁੰਚੇ ਨਾ, ਉੱਥੇ ਜਾ ਕੇ ਕਹਿੰਦੇ ਬੇੜਾ ਅਟਕ ਗਿਆ ਸੀ। ਤੇ ਉੱਥੇ ਫਿਰ ਮਹਾਰਾਜ ਅੱਗੇ ਅਰਦਾਸਾਂ ਕੀਤੀਆਂ ਸਨ ਤੇ ਜਾਂਦਿਆਂ ਹੋਇਆਂ 25 ਦਿਨ ਲੱਗੇ ਸੀ ਪੁਰਤਗਾਲ ਦੇ ਵਿੱਚ। ਉੱਥੇ ਸੌਦਾ ਵੇਚ ਕੇ ਲੱਦ ਕੇ ਫਿਰ ਵਾਪਸ 18 ਦਿਨਾਂ ਵਿੱਚ ਆ ਗਏ ਸਨ। ਤੇ ਆਉਂਦਿਆਂ ਹੀ ਸਿੱਧਾ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਏ। ਇਸ ਤਰ੍ਹਾਂ ਵੀ ਪ੍ਰਸੰਗ ਲਿਖੇ ਨੇ ਵੀ ਪੁਰਤਗਾਲ ਦੇ ਵਿੱਚ ਉਹ ਵਪਾਰ ਕਰਨ ਗਏ ਸਨ। ਉਸ ਵੇਲੇ ਜਦੋਂ ਬੇੜਾ ਸਮੁੰਦਰ ਦੇ ਇੱਕ ਟਾਪੂ ਦੇ ਬਰੇਤੇ ਵਿੱਚ ਅਟਕ ਗਿਆ ਸੀ, ਤੇ ਭਾਵ ਇਹੀ ਆ ਜਾਂਦਿਆਂ ਅਟਕਿਆ ਹੋਵੇ ਆਉਂਦਿਆਂ ਅਟਕਿਆ ਹੋਵੇ ਵੀ ਬੇੜਾ ਅਟਕ ਗਿਆ ਸੀ। ਤੇ ਨਿਕਲਿਆ ਕਿਵੇਂ, ਦੋਵਾਂ ਥਾਵਾਂ ਤੇ ਇਹੀ ਲਿਖਿਆ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਤਾਂ ਬੇੜਾ ਉਹ ਅਟਕ ਦੇ ਵਿੱਚੋਂ ਨਿਕਲਿਆ ਸੀ। ਸੋ ਇਸ ਪ੍ਰਕਾਰ ਦੇ ਨਾਲ ਜਹਾਜ਼ ਅੜਿਆ ਹੈ, ਸਾਥੀ ਜ਼ੋਰ ਲਾ ਰਹੇ ਨੇ। ਕਈ ਦਿਨ ਜਦੋਂ ਲੰਘ ਗਏ, ਫਿਰ ਜਿਵੇਂ ਮੱਖਣ ਸ਼ਾਹ ਜੀ ਲਬਾਣਾ ਉਦਮ ਕਰਦੇ ਹਨ, ਕਿਉਂਕਿ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਕਿਉਂਕਿ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅਗੇ ਨਾਨਕਾ ਖਲੇ ਕੀਚੇ ਅਰਦਾਸ। ਉਹ ਆਪ ਹੀ ਰਾਸ ਲਿਆਉਂਦਾ ਹੈ, ਉਹਦੇ ਅੱਗੇ ਖਲੋ ਕੇ ਅਰਦਾਸ ਕਰੇ ਵੀ ਮਹਾਰਾਜ ਕਿਰਪਾ ਕਰੋ। ਤੇ ਜਿਵੇਂ ਭਾਈ ਮੱਖਣ ਸ਼ਾਹ ਜੀ ਲਬਾਣਾ ਅਰਦਾਸਾਂ ਕਰਕੇ ਗੁਰੂ ਦੀ ਸਹਾਇਤਾ ਪਾ ਕੇ ਬਾਬੇ ਬਕਾਲੇ ਸਾਹਿਬ ਨਗਰ 'ਚ ਪਹੁੰਚਣਗੇ। ਕਥਾ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਦੇ ਸੰਗਤ ਸਦਾ ਬਖਸ਼ਣ ਹਾਰ ਹੈ, ਬਖਸ਼ ਲੈਣਾ। ਉਹ ਸੁਮਰਨ 'ਚ ਹਾਜ਼ਰੀ ਲਵਾ ਲਈਏ। ਮਹਾਰਾਜ ਸਾਹਿਬ ਬੰਦਗੀ ਕਰਦੇ ਰਹੇ ਇਸ ਥਾਂ ਤੇ ਬੰਦਗੀ ਕਰਨ ਵਾਲੇ ਸਿੱਖਾਂ ਦੇ ਹੀ ਖੁਸ਼ ਹੁੰਦੇ ਹਨ। ਤਾਂ ਤੇ ਕਹੋ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਭਇਓ ਨਿਰਾਸ ਜਤਨ ਕੇ ਕਰਵੇ ਉਪਜੀਏ ਕਿ ਆਸ ਤਜ ਸਰਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦ ਹੈ ਗੋਪਾਲ ਹੈ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦਨ ਵਾਰ ਹੈ ਸਮਰਾਥ ਅਗਮ ਪੂਰਨ ਮੋਹਿ ਅੰਧਕੂਪ ਮਹਾਪਿਆਨ ਨਾਨਕ ਵਾਹਿਗੁਰੂ ਵਾਹਿਗੁਰੂ ਨਾਮ ਜਹਾਜ ਹੈ